ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਬਸੰਤ ਮਹਲਾ ਪੰਜਵਾ। ਕਲਬਿਖ ਬਿਨਸੀ ਗਾਏ ਗੁਨਾ। ਆਨ ਦਿਨ ਉਪਜੀ ਸਹਿਜ ਤੁਨਾ। ਮਨ ਮੌਲਿਓ ਹਰ ਚਰਨ ਸੰਗ। ਕਰ ਕਿਰਪਾ ਸਾਧੂ ਜਨ ਭੇਟੇ। ਨਿਤ ਰਾਤਾ ਹਰ ਨਾਮ ਰੰਗ। ਕਿਲ ਬਿਖ ਬਿਨਸੀ ਗਾਈ ਗੁਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਟ ਬ੍ਰਹਮੰਡਾਂ ਦੇ ਮਾਲਕ ਜੁਗੋ ਜੁਗੀ ਅਟਲ ਸ਼ਬਦਾ ਅਵਤਾਰ ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਦੇ ਵਿੱਚ ਜੁੜਮਨ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਆਓ ਬੜੇ ਪਿਆਰ ਅਰ ਸਤਿਕਾਰ ਦੇ ਨਾਲ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਈ ਜੀਓ। ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਵਿਆਖਿਆ ਸੋ ਸਰਵਣ ਕਰਕੇ ਲਾਭ ਪ੍ਰਾਪਤ ਕਰੋ ਜੀ। ਇੱਕ ਵਾਰ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਬਸੰਤ ਮਹਲਾ ਪੰਜਵਾ। ਬਸੰਤ ਰਾਗ ਵਿੱਚ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸ਼ੋਭਾਵਨ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ। ਕਿਲ ਬਿਖ ਬਿਨਸੀ ਗਾਈ ਗੁਨਾ। ਪਰਮਾਤਮਾ ਦੇ ਗੁਣ ਗਾਉਣ ਕਰਕੇ ਸਾਰੇ ਪਾਪ ਨਾਸ਼ ਹੋ ਗਏ ਹਨ। ਆਨੰਦਿਨ ਉਪਜੀ ਸਹਿਜ ਤੁਨਾ। ਅਤੇ ਰਾਤ ਦਿਨ ਸ਼ਾਂਤੀ ਦੇਣ ਵਾਲੀ ਸਤਨਾਮ ਸ੍ਰੀ ਵਾਹਿਗੁਰੂ ਜੀ ਦੀ ਧੁਨੀ ਇਹ ਪੈਦਾ ਹੋ ਗਈ ਹੈ। ਇਸੇ ਪ੍ਰਕਾਰ ਆਨੰਦਿਨ ਉਪਜੀ ਸਹਿਜ ਤੁਨਾ। ਐਸੀ ਸਹਿਜ ਧੁਨੀ ਪ੍ਰਗਟ ਹੋਈ ਹੈ ਜਿਸ ਨੇ ਅਵਿਦਿਆ ਰੂਪੀ ਰਾਤ ਤੋਂ ਗਿਆਨ ਦੇ ਦਿਨ ਦੀ ਪ੍ਰਾਪਤੀ ਕਰਵਾ ਦਿੱਤੀ ਹੈ। ਮਨ ਮੌਲਿਓ ਹਰ ਚਰਨ ਸੰਗ। ਇਹ ਭਾਈ ਹਰੀ ਪਰਮਾਤਮਾ ਦੇ ਚਰਨ ਕਮਲਾਂ ਨਾਲ ਮੇਰਾ ਮਨ ਮੌਲਿਓ ਪ੍ਰਫੁੱਲਤ ਹੋ ਰਿਹਾ ਹੈ। ਹਰ ਕਿਰਪਾ ਸਾਧੂ ਜਨ ਭੇਟੇ। ਪ੍ਰਭੂ ਨੇ ਆਪਣੀ ਕਿਰਪਾ ਮਿਹਰ ਕਰਕੇ ਸ੍ਰੇਸ਼ਟ ਮਹਾਤਮਾ ਜਨ ਮਿਲਾਉਣਾ ਕੀਤੇ ਹਨ। ਨਿਤ ਰਾਤਾ ਹਰ ਨਾਮ ਰੰਗ। ਜਿਨ੍ਹਾਂ ਦੀ ਸੰਗਤ ਦੇ ਵਿੱਚ ਮੈਂ ਨਿਤਾ ਪ੍ਰਤੀ ਹਰੀ ਪਰਮਾਤਮਾ ਦੇ ਨਾਮ ਦੇ ਰੰਗ ਪ੍ਰੇਮ ਦੇ ਵਿੱਚ ਰਾਤੋਂ ਰੰਗਿਆ ਗਿਆ ਹਾਂ। ਹਰ ਕਿਰਪਾ ਪ੍ਰਗਟੀ ਗੋਪਾਲ। ਰਹਾ ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਹਰ ਕਿਰਪਾ
ਪ੍ਰਗਟੀ ਗੋਪਾਲ। ਆਪਣੀ ਕਿਰਪਾ ਮਿਹਰ ਕਰਕੇ ਗੋਪਾਲ ਪ੍ਰਭੂ ਜੀ ਪ੍ਰਗਟ ਹੋ ਆਏ ਹਨ। ਲਾਡਲਾਇ ਉਦਾਰੇ ਦੀਨ ਦਇਆਲ। ਸੋ ਆਪਣੀ ਸ਼ਰਨ ਨੂੰ ਪੱਲੇ ਦੇ ਵਿੱਚ ਪ੍ਰਭੂ ਨੇ ਲਾ ਕੇ ਜੋ ਦੀਨ ਦਿਆਲ ਮਿਹਰ ਹੋਣ ਵਾਲਾ ਹੈ ਉਸ ਨੇ ਆਪਣੇ ਸੇਵਕ ਮਿਹਰ ਕਰਕੇ ਸੰਸਾਰ ਸਮੁੰਦਰ ਤੋਂ ਉਧਾਰੇ ਪਾਰ ਕਰ ਦਿੱਤੇ ਹਨ। ਇਹੋ ਮਨ ਹੋਆ ਸਾਧ ਤੂਰ। ਇਹ ਜੋ ਸਾਡਾ ਮਨ ਹੈ ਮਹਾਤਮਾ ਜਨਾਂ ਦੇ ਚਰਨਾਂ ਦੀ ਧੂੜੀ ਹੋਇਆ ਹੈ। ਨਿਤ ਦੇਖੈ ਸੁਆਮੀ ਹਜੂਰ। ਭਾਵ ਹੁਣ ਅਤਿਅੰਤ ਨਿਮਰਤਾ ਦੇ ਸਹਿਤ ਹੋਇਆ ਹੈ ਜੋ ਹੁਣ ਮਾਲਕ ਪ੍ਰਭੂ ਨੂੰ ਨਿਤਾ ਪ੍ਰਤੀ ਆਪਣੇ ਨੇੜੇ ਤੋਂ ਨੇੜੇ ਕਰਕੇ ਦੇਖਦਾ ਹੈ। ਸਦ ਹਜੂਰ ਹਾਜ਼ਰ ਹੈ ਨਾਜ਼ਰ ਕਤ ਹੈ ਨਾ ਭਇਓ ਦੁਰਾਈ। ਕਾਮ ਕ੍ਰੋਧ ਤ੍ਰਿਸ਼ਨਾ ਗਈ। ਜਿਸ ਕਰਕੇ ਇਸ ਦੇ ਮਨ ਦੇ ਅੰਦਰੋਂ ਕਾਮ ਵਿਕਾਰ ਦ੍ਰਿਸ਼ਟੀ ਕ੍ਰੋਧ ਤੀਖਣ ਬਿਰਤੀ ਅਤੇ ਨਾ ਉਹ ਚਲੀ ਗਈ ਹੈ। ਨਾਨਕ ਪ੍ਰਭ ਕਿਰਪਾ ਭਈ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਸਭ ਪਰਮਾਤਮਾ ਦੀ ਹੀ ਕਿਰਪਾ ਮਿਹਰ ਹੋਈ ਹੈ। ਬਸੰਤ ਮਹਲਾ ਪੰਜਵਾ। ਬਸੰਤ ਰਾਗ ਦੇ ਵਿੱਚ ਸਤਿਗੁਰੂ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਨ ਕਰਦੇ ਨੇ। ਰੋਗ ਮਿਟਾਏ ਪ੍ਰਭੂ ਆਪ। ਹੇ ਭਾਈ ਪ੍ਰਭੂ ਨੇ ਆਪ ਹੀ ਆਪਣੇ ਦਾਸਾਂ ਦੇ ਪ੍ਰਤੱਖ ਰੋਗ ਜਾਂ ਅਗਿਆਨ ਹਉਮੈ ਆਦਿਕ ਦੇ ਰੋਗ ਮਿਟਾ ਦੇਣਾ ਕੀਤੇ ਹਨ। ਬਾਲਕ ਰਾਖੇ ਆਪਣੇ ਘਰ ਥਾਪ। ਆਪਣੇ ਬੱਚੇ ਦਾਸ ਨੂੰ ਆਪਣੇ ਹੱਥਾਂ ਨਾਲ ਥਾਪੜਾ ਦੇ ਕੇ ਰੱਖਣਾ ਕੀਤੇ ਹਨ। ਸ਼ਾਂਤ ਸਹਿਜ ਗ੍ਰਹਿ ਸਾਧ ਬਸੰਤ। ਜੋ ਸ਼ਾਂਤੀ ਦਾ ਸਰੂਪ ਬ੍ਰਹਮ ਹੈ ਉਹਨਾਂ ਦਾਸਾਂ ਦਾ ਸੁਤੇ ਸਿੱਧ ਹੀ ਉਸ ਦੇ ਸਤਸੰਗਤ ਸਰੂਪ ਰੂਪੀ ਘਰ ਦੇ ਵਿੱਚ ਸਦੀਵੀ ਬਸੰਤ ਵਾਸਾ ਹੋਇਆ ਹੈ। ਇਸੇ ਪ੍ਰਕਾਰ ਸ਼ਾਂਤ ਸਹਿਜ ਗ੍ਰਹਿ ਸਾਧ ਬਸੰਤ। ਸ਼ਾਂਤ ਸਰੂਪ ਬ੍ਰਹਮ ਦਾ ਸਹਿਜੇ ਹੀ ਹਿਰਦੇ ਰੂਪੀ ਘਰ ਦੇ ਵਿੱਚ ਸਦੀਵੀ ਬਸੰਤ ਆਨੰਦ ਪ੍ਰਾਪਤ ਹੋਇਆ ਹੈ। ਗੁਰ ਪੂਰੇ ਕੀ ਸਰਣੀ ਆਏ। ਜਦ ਅਸੀਂ ਪੂਰੇ ਗੁਰਾਂ ਦੀ ਸ਼ਰਨ ਦੇ ਵਿੱਚ ਆਏ ਕਲਿਆਣ ਰੂਪ ਜਪ ਹਰ ਹਰ ਮੰਤ। ਤਦੋਂ ਹਰੇ ਪਰੇ ਕਰਨ ਵਾਲੇ ਹਰੀ ਪਰਮਾਤਮਾ ਦੇ ਨਾਮ ਮੰਤਰ ਨੂੰ ਜਪ ਕੇ ਮੁਕਤ ਸਰੂਪ ਹੋ ਗਏ ਹਾਂ ਅਥਵਾ ਕਲਿਆਣ ਸੁਖ ਸਰੂਪ ਦੇ ਵਿੱਚ ਅਸਥਿਤ ਹੋ ਗਏ ਹਾਂ। ਰਹਾ ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਸੋਗ ਸੰਤਾਪ ਕੱਟੇ ਪ੍ਰਭ ਆਪ। ਵਿਛੋੜੇ ਦੇ ਸੋਗ ਗਮ ਅਤੇ ਨਾਮ ਪ੍ਰਾਪਤੀ ਦੇ ਸੰਤਾਪ ਦੁੱਖ ਭਲੀ ਪ੍ਰਕਾਰ ਚੰਬੜੇ ਹੋਏ ਆਦਿ ਵਿਆਧੀ ਅਤੇ ਉਪਾਧੀ ਆਦਿਕ ਤਾਪ ਪਰਮਾਤਮਾ ਨੇ ਆਪ ਹੀ ਕੱਟ ਦਿੱਤੇ ਹਨ। ਗੁਰ ਆਪਣੇ ਕਾ ਨਿਤ ਨਿਤ ਜਾ। ਅਸੀਂ ਆਪ ਦੇ ਆਸਰੇ ਗੁਰੂ ਨੂੰ ਵੀ ਨਿਤ ਨਿਤ ਨਿਤਾ ਪ੍ਰਤੀ ਜਪਣਾ ਕਰਦੇ ਹਾਂ। ਤੁਸੀਂ ਵੀ ਜਪਣਾ ਕਰੋ। ਜੋ ਜਨ ਤੇਰਾ ਜਪੇ ਨਾ। ਇਹ ਪ੍ਰਭੂ
ਜਿਹੜਾ ਵੀ ਮਨੁੱਖ ਤੇਰਾ ਨਾਮ ਜਪਣਾ ਕਰਦਾ ਹੈ। ਅਬ ਫਲ ਪਾਈ ਨਿਹਚਲ ਗੁਣ ਗਾਓ। ਉਹ ਤੇਰੇ ਗੁਣਾਂ ਨੂੰ ਗਾ ਕੇ ਅਚਲ ਚਿੱਤ ਵਾਲਾ ਹੋਇਆ ਹੈ ਅਤੇ ਉਸ ਨੇ ਧਰਮ ਅਰਥ ਕਾਮ ਮੋਖ ਰੂਪ ਸਾਰੇ ਫਲ ਪ੍ਰਾਪਤ ਕਰ ਲਏ ਹਨ। ਨਾਨਕ ਭਗਤਾ ਭਲੀ ਰੀਤ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਸੇਵਕ ਜਨਾਂ ਦੀ ਇਹ ਬਹੁਤ ਹੀ ਚੰਗੀ ਰੀਤੀ ਚੰਗੀ ਮਰਿਆਦਾ ਹੈ। ਸੁਖ ਦਾਤਾ ਜਪਦੇ ਨੀਤ ਨੀਤ। ਜੋ ਸੁੱਖਾਂ ਦੇ ਦੇਣ ਵਾਲੇ ਪ੍ਰਭੂ ਨੂੰ ਨਿਤ ਪ੍ਰਤੀ ਜਪਦੇ ਰਹਿੰਦੇ ਹਨ। ਬਸੰਤ ਮਹਲਾ ਪੰਜਵਾ। ਬਸੰਤ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਸ਼ੁਭ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰ ਰਹੇ ਨੇ। ਹੁਕਮ ਕਰ ਕੀਨੇ ਨਿਹਾਲ। ਇਹ ਭਾਈ ਪਰਮਾਤਮਾ ਨੇ ਆਪਣਾ ਹੁਕਮ ਨਾ ਕਰਕੇ ਆਪਣੇ ਸੇਵਕ ਆਨੰਦ ਪ੍ਰਸੰਨ ਕਰ ਦਿੱਤੇ ਹਨ। ਆਪਣੇ ਸੇਵਕ ਕਾ ਭਇਆ ਦਇਆਲ। ਪ੍ਰਭੂ ਆਪ ਦੇ ਦਾਸਾਂ ਦੇ ਉੱਪਰ ਮਿਹਰਬਾਨ ਹੋਇਆ ਹੈ। ਮਿਹਰਬਾਨ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ। ਜੀ ਸਗਲ ਕੋ ਦੇ ਦਾਨ ਰਹਾਉ। ਤੂੰ ਕਾਹੇ ਡੋਲਹਿ ਪ੍ਰਾਣੀਆਂ ਤੁਧ ਰਾਖੇਗਾ ਸਿਰਜਣਹਾਰ। ਜਿਨ ਪੈਦਾਇਸ਼ ਤੂੰ ਕੀਆ ਸੋਈ ਦੇ ਆਧਾਰ। ਘਟ ਘਟ ਮਾਲਕ ਦਿਲਾਂਗਾ ਸੱਚਾ ਪਰਵਦਗਾਰ। ਗੁਰ ਪੂਰੈ ਸਭ ਪੂਰਾ ਕੀਆ। ਪੂਰਨ ਗੁਣਾਂ ਨੇ ਸਾਡਾ ਪਰਮਾਰਥ ਵਿਵਹਾਰਕ ਸਾਰਾ ਕਾਰਜ ਸੰਪੂਰਨ ਕੀਤਾ ਹੈ। ਅੰਮ੍ਰਿਤ ਨਾਮ ਰਿਦ ਮਹਿ ਦੀਆ। ਕਿਉਂਕਿ ਗੁਰਾਂ ਨੇ ਪਰਮਾਤਮਾ ਦਾ ਅੰਮ੍ਰਿਤ ਰੂਪ ਨਾਮ ਸਾਡੇ ਹਿਰਦੇ ਵਿੱਚ ਦੇਣਾ ਕੀਤਾ ਹੈ। ਰਹਾ ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਧਰਮ ਧਰਮ ਮੇਰਾ ਕਛ ਨਾ ਵਿਚਾਰਿਓ। ਪਰਮਾਤਮਾ ਨੇ ਮੇਰਾ ਚੰਗਾ ਨਿਸ਼ਕਾਮ ਕਰਮ ਚੰਗਾ ਧਰਮ ਆਦਿਕ ਕੁਝ ਵੀ ਵਿਚਾਰਨਾ ਨਹੀਂ ਕੀਤਾ। ਬਾਹ ਪਕਰ ਭਵ ਜਲ ਨਿਸਤਾਰਿਓ। ਮੇਰੀ ਬਿਰਤੀ ਰੂਪ ਬਾਂਹ ਫੜ ਕੇ ਵਾਹਿਗੁਰੂ ਜੀ ਨੇ ਖੁਦ ਆਪ ਸੰਸਾਰ ਸਮੁੰਦਰ ਤੋਂ ਤਾਰਨਾ ਕੀਤਾ ਹੈ। ਰੱਬ ਕਾਟ ਮੈਲ ਨਿਰਮਲ ਕਰੀ। ਉਸ ਵੇਲੇ ਪਰਮਾਤਮਾ ਨੇ ਸਾਡੇ ਅੰਦਰੋਂ ਹਉਮੈ ਦੀ ਮੈਲ ਕੱਟ ਕੇ ਸ਼ੁੱਧ ਜੀਵਨ ਵਾਲੇ ਕਰ ਦਿੱਤਾ ਹੈ। ਗੁਰ ਪੂਰੇ ਕੀ ਸਰਣੀ ਪਰੇ। ਜਦ ਅਸੀਂ ਪੂਰਨ ਗੁਰਾਂ ਦੀ ਓਟ ਦੇ ਵਿੱਚ ਪਏ ਹਾਂ। ਆਪ ਕਰਹਿ ਆਪ ਕਰਨ ਹਾਰੇ। ਪ੍ਰਭੂ ਆਪ ਹੀ ਸਭ ਕੁਝ ਪੈਦਾ ਕਰਦਾ ਹੈ ਅਤੇ ਆਪ ਹੀ ਸਭ ਦੀ ਪਾਲਣਾ ਕਰਨ ਵਾਲਾ ਹੈ। ਜਾਂ ਆਪ ਹੀ ਬ੍ਰਹਮ ਗਿਆਨ ਦੇਣਾ ਕਰਦਾ ਹੈ ਅਤੇ ਆਪ ਹੀ ਕਲਿਆਣ ਕਰਨ ਵਾਲਾ ਹੈ। ਕਰ ਕਿਰਪਾ ਨਾਨਕ ਉਧਾਰੇ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਉਸ ਪ੍ਰਭੂ ਨੇ ਆਪਣੀ ਕਿਰਪਾ ਮਿਹਰ ਕਰਕੇ ਆਪਣੇ ਸੇਵਕ ਤਾਰ ਦਿੱਤੇ ਹਨ। ਬਸੰਤ ਮਹਲਾ ਪੰਜਵਾ। ਬਸੰਤ ਰਾਗ ਅੰਦਰ ਪੰਜਵੇਂ ਸਰੂਪ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਪਵਿੱਤਰ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ। ਇੱਕ ਓੰਕਾਰ। ਇੱਕ ਅਦੁੱਤੀ ਬ੍ਰਹਮ ਓੰਕਾਰ
ਸਰਬ ਦਾ ਪ੍ਰਕਾਸ਼ਕ ਜੋ ਕਿ ਸਤਿਗੁਰ ਪ੍ਰਸਾਦ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ। ਦੇਖ ਫੂਲ ਫੂਲ ਫੂਲੇ ਇਹ ਜੀਵ ਤੂੰ ਦੇਖਣਾ ਕਰ, ਜਿਵੇਂ ਬਸੰਤ ਰੁੱਤ ਦੇ ਵਿੱਚ ਫਲਾਂ ਦੀਆਂ ਫੁਲਵਾੜੀਆਂ ਪ੍ਰਫੁੱਲਤ ਹੋ ਰਹੀਆਂ ਹਨ। ਅਹੰ ਤਿਆਗ ਤਿਆਗੀ ਇਉਂ ਜੇਕਰ ਤੂੰ ਆਪਣੇ ਅੰਦਰੋਂ ਹੰਕਾਰ ਦੇ ਤਿਆਗ ਨੂੰ ਵੀ ਤਿਆਗ ਦੇਵੇਂਗਾ, ਛੱਡ ਦੇਵੇਂਗਾ, ਤਦੋਂ ਤੂੰ ਵੀ ਸ਼ੁਭ ਗੁਣਾਂ ਦੇ ਨਾਲ ਪ੍ਰਫੁੱਲਤ ਹੋ ਜਾਵੇਂਗਾ। ਇਸੇ ਪ੍ਰਕਾਰ ਦੇਖ ਦੇਖ ਫੂਲ ਫੂਲ ਫੂਲੇ ਤੂੰ ਜਵਾਨੀ ਰੂਪ ਸੂਰਜ ਚੜ੍ਹਨ ਨਾਲ ਆਪਣੇ ਸਰੀਰ ਨੂੰ ਫੁੱਲ ਦੀ ਨਿਆਈ ਪ੍ਰਫੁੱਲਤ ਹੋਇਆ ਦੇਖ ਕੇ ਐਵੇਂ ਹੰਕਾਰ ਦੇ ਵਿੱਚ ਕੀ ਫੁੱਲਾਂ ਨਹੀਂ ਸਮਾ ਰਿਹਾ, ਕੀ ਤੂੰ ਫੁੱਲ ਰਿਹਾ ਹੈ। ਜਿਸ ਤਰ੍ਹਾਂ ਬਲੈਡਰ ਦੇ ਵਿੱਚ ਹਵਾ ਭਰੀ ਹੁੰਦੀ ਹੈ, ਹੁੰਦਾ ਤਾਂ ਕੱਖ ਵੀ ਨਹੀਂ, ਮਾੜੀ ਜਿਹੀ ਸੂਈ ਮਾਰੋ ਹਵਾ ਗਈ ਤੇ ਗਿਆ। ਇਸ ਤਰ੍ਹਾਂ ਤੇਰਾ ਸਰੀਰ ਫੁੱਲਿਆ ਹੋਇਆ ਹਵਾ ਦੇ ਨਾਲ, ਤੇ ਕੀ ਤੂੰ ਇਹਦੇ ਵੱਲ ਵੇਖ ਕੇ ਫੁੱਲ ਰਿਹਾ, ਹੰਕਾਰ ਕਰ ਰਿਹਾ। ਅਹੰ ਤਿਆਗ ਤਿਆਗੀ ਜਿਨ੍ਹਾਂ ਸੰਤ ਜਨਾਂ ਨੇ ਹੰਕਾਰ ਤਿਆਗਿਆ ਹੈ, ਉਹਨਾਂ ਨਾਲ ਮਿਲ ਕੇ ਤੂੰ ਵੀ ਹੰਕਾਰ ਨੂੰ ਤਿਆਗਣਾ ਕਰ। ਇਸੇ ਪ੍ਰਕਾਰ ਦੇਖ ਫੂਲ ਫੂਲ ਫੂਲੇ ਜਿਵੇਂ ਕਿਸੇ ਬਗੀਚੇ ਵਿੱਚ ਫੁੱਲ ਖਿੜੇ ਹੁੰਦੇ ਨੇ, ਇਉਂ ਸਾਧ ਸੰਗਤ ਰੂਪ ਬਗੀਚੇ ਦੇ ਅੰਦਰ ਸੰਤ ਜਨ ਧਰਮ ਰੂਪੀ ਫੁੱਲ ਕਰਕੇ ਵੈਰਾਗ ਵਿਵੇਕ ਖੜ ਸਮਝੀ ਮਮੋਖ ਇੱਛਾ ਸ਼ਰਵਣ ਮੰਨਣ ਤੇ ਨਿਧਿਆਸਨ ਕਰਨ ਰੂਪ ਪ੍ਰਫੁੱਲਤ ਹੋ ਰਹੇ ਹਨ। ਅਹੰ ਤਿਆਗ ਤਿਆਗੀ ਅਤੇ ਉਹਨਾਂ ਨੇ ਹੰਕਾਰ ਦੇ ਤਿਆਗ ਦਾ ਵੀ ਤਿਆਗ ਕੀਤਾ ਹੈ, ਜਾਂ ਤਿਆਗਣ ਯੋਗ ਹੰਗਤਾ ਨੂੰ ਤਿਆਗਣਾ ਕੀਤਾ ਹੈ। ਚਰਨ ਕਮਲ ਪਾਗੀ ਉਹ ਸੰਤ ਜਨ ਪ੍ਰਭੂ ਦੇ ਚਰਨ ਕਮਲਾਂ ਦੇ ਪਾਗੇ ਪ੍ਰੇਮ ਦੇ ਵਿੱਚ ਮਗਨ ਹੋਏ ਹਨ। ਤੁਮ ਮਿਲਹੁ ਪ੍ਰਭ ਸੁਭਾਗੀ ਇਹ ਸ੍ਰੇਸ਼ਟ ਭਾਗਾਂ ਵਾਲੇ ਮਨਾ, ਤੂੰ ਵੀ ਪ੍ਰਭੂ ਪਰਮਾਤਮਾ ਦੇ ਨਾਲ ਮਿਲਣਾ ਕਰ, ਜਾਂ ਤੂੰ ਪ੍ਰਭੂ ਨਾਲ ਮਿਲਣਾ ਕਰ, ਤਾਂ ਸ੍ਰੇਸ਼ਟ ਭਾਗਾਂ ਵਾਲਾ ਬਣ ਜਾਵੇਂਗਾ। ਹਰ ਚੀਤ ਮਨ ਮੇਰੀ ਇਹ ਮੇਰੇ ਮਨਾ ਹਰੀ ਪਰਮਾਤਮਾ ਨੂੰ ਚੇਤੇ ਕਰ, ਰਹਾ ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਸਗਨ ਬਾਸ ਕੂਲੇ ਜਦੋਂ ਬਨਸਪਤੀ ਪ੍ਰਫੁੱਲਤ ਹੁੰਦੀ ਹੈ, ਤਦੋਂ ਫੁੱਲ ਪੱਤਰੇ ਆਦਿਕ ਬਹੁਤ ਸੰਘਣੇ ਲੱਗੇ ਹੁੰਦੇ ਹਨ, ਤੇ ਬਹੁਤ ਸੁੰਦਰ ਉਹਨਾਂ ਦੇ ਵਿੱਚੋਂ ਬਾਸ ਸੁਗੰਧੀ ਆਉਂਦੀ ਹੈ। ਤਦੋਂ ਕੂਲੇ ਨਰਮ ਨਰਮ ਕਰੂੰਬਲਾਂ ਹੁੰਦੀਆਂ ਹਨ। ਇਕ ਰਹੇ ਸੂਕ ਕਠੂਲੇ ਪਰ ਇੱਕ ਕਾਠ ਵਰਗੇ ਕੁਸੋਕੜ ਬਿਰਕਸ਼ ਸੁੱਕੇ ਹੀ ਰਹਿੰਦੇ ਹਨ। ਜਿਹੜਾ ਖੜ ਸੁੱਕ ਬਿਰਕਸ਼ ਹੈ, ਖੜਿਆ ਖੜੋਤਾ ਹੀ ਸਭ ਕੁਝ ਹੁੰਦਿਆਂ ਸੁੰਦਿਆਂ ਸੁੱਕਿਆ ਰਹਿੰਦਾ ਹੈ। ਇਸੇ ਪ੍ਰਕਾਰ ਸਗਨ ਬਾਸ ਕੂਲੇ ਗੁਰਮੁਖ ਜਨ ਸ਼ੁਭ ਗੁਣਾ ਰੂਪ ਸੰਘਣੇ ਬਾਣ ਦੀ ਨਿਆਈ ਨੇ, ਜਿਨ੍ਹਾਂ ਨੂੰ ਧਰਮ ਰੂਪੀ ਫਲ ਸਤ ਸੰਤੋਖ ਰੂਪ ਪੱਤਰੇ ਲੱਗੇ ਹੋਏ ਨੇ, ਅਤੇ ਭਗਤੀ ਰੂਪ ਸੁਗੰਧੀ ਲੈ ਕੇ ਉਹ ਖਿਲਾ ਰਹੇ ਨੇ, ਅਤੇ ਕੂਲੇ ਕੋਮਲ ਚਿੱਤ ਵਾਲੇ ਹਨ। ਇਕ ਰਹੇ ਸੂਕ ਕਠੂਲੇ ਇੱਕ ਮਨਮੁਖ ਕਠੋਰ ਚਿੱਤ ਵਾਲੇ ਸ਼ਰਧਾ ਦੇ ਗੁਣਾਂ ਤੋਂ ਬਿਨਾਂ ਸੁੱਕ ਰਹੇ ਹਨ।
ਸੰਤ ਰੁੱਤ ਆਈ। ਇਹ ਮਨੁੱਖਾ ਜਨਮ ਰੂਪੀ ਬਸੰਤ ਰੁੱਤ ਸਭ ਨੂੰ ਆ ਕੇ ਪ੍ਰਾਪਤ ਹੋਈ ਹੈ। ਪਰ ਫੂਲਤਾ ਰਹੇ। ਪਰੰਤੂ ਮਨਮੁਖ ਜੀਵ ਵਿਸ਼ੇਸ਼ ਕਰਕੇ ਪ੍ਰਫੁੱਲਤ ਹੋਣ ਤੋਂ ਰਹਿਤ ਹੋਏ ਪਏ ਨੇ, ਜਾਂ ਗੁਰਮੁਖ ਜਨ ਸ਼ੁਭ ਗੁਣਾਂ ਦੀ ਹਰਿਆਵਲਤਾ ਦੇ ਨਾਲ ਪ੍ਰਫੁੱਲਤ ਹੋ ਰਹੇ ਹਨ। ਅਬ ਕਲੂ ਆਇਓ ਰੇ। ਇਹ ਭਾਈ ਹੁਣ ਕਲਯੁਗ ਦਾ ਸਮਾਂ ਆਇਆ ਜੇ। ਇਕ ਨਾਮ ਬੋਵਾਹੋ ਬੋਵਾਹੋ। ਇਸ ਸਮੇਂ ਅੰਦਰ ਹੋਰ ਕਰਮ ਕਾਂਡਾਂ ਨੂੰ ਛੱਡ ਕੇ ਇੱਕ ਪਰਮਾਤਮਾ ਦੇ ਨਾਮ ਨੂੰ ਬੀਜਣਾ ਕਰੋ। ਮਨ ਕਰਕੇ ਬੀਜਣਾ ਕਰੋ, ਸਰੀਰ ਕਰਕੇ ਬੀਜਣਾ ਕਰੋ, ਜਾਂ ਬੀਜਣੇ ਯੋਗ ਪਰਮਾਤਮਾ ਦੇ ਨਾਮ ਨੂੰ ਹਿਰਦੇ ਰੂਪ ਧਰਤੀ ਦੇ ਵਿੱਚ ਨਾਮ ਬੀਜ ਸੰਤੋਖ ਸੁਹਾਗਾ। ਨਾਮ ਦਾ ਬੀਜ ਬੀਜੋ, ਸੰਤੋਖ ਦਾ ਸੁਹਾਗਾ ਫੇਰੋ। ਮਨ ਹਾਲੀ ਕਿਰਸਾਣੀ ਕਰਨੀ। ਮਨ ਨੂੰ ਕਿਸਾਨ ਬਣਾਓ, ਹਾਲੀ ਬਣਾਓ। ਜਿਹੜੀ ਸ਼ੁਭ ਗੁਣਾਂ ਦੀ ਕਰਨੀ ਹੈ ਇਹ ਹਾਲੀ ਬਣਾਓ। ਸਰਮ ਪਾਣੀ ਵਿਰਾਗ ਦੇ ਸਹਿਤ ਹੋਣਾ, ਵਿਕਾਰਾਂ ਵੱਲੋਂ ਸ਼ਰਮ ਕਰਨੀ, ਇਹ ਪਾਣੀ ਦੇਵੋ। ਤਨ ਖੇਤ, ਸਰੀਰ ਨੂੰ ਖੇਤ ਸਮਝ ਕੇ ਤੇ ਮਨ ਨੂੰ ਕਿਰਸਾਨ ਬਣਾ ਕੇ ਸ਼ੁਭ ਗੁਣਾਂ ਦੀ ਕਰਨੀ ਹਲ ਵਾਓ। ਮਨ ਹਾਲੀ ਕਿਰਸਾਣੀ ਕਰਨੀ, ਸਰਮ ਪਾਣੀ ਤਨ ਖੇਤ ਨਾਮ ਬੀਜ। ਇਹ 'ਚ ਵਾਹਿਗੁਰੂ ਨਾਮ ਦਾ ਬੀਜ ਬੀਜੋ। ਸੰਤੋਖ ਸੁਹਾਗਾ, ਸੰਤੋਖ ਦਾ ਉੱਪਰ ਸੁਹਾਗਾ ਫੇਰੋ। ਕਿਉਂਕਿ ਲਾਲਚੀ ਬੰਦਾ ਉਹ ਨਾਮ ਨਹੀਂ ਜਪ ਸਕਦਾ। ਸੰਤੋਖ ਦੇ ਸਹਿਤ ਨਾਮ ਜਪੋ। ਜਿੰਨਾ ਪ੍ਰਮਾਤਮਾ ਦੇਵੇ ਉਹਦੇ 'ਚ ਪ੍ਰਸੰਨ ਰਹੋ, ਖੁਸ਼ ਰਹੋ। ਰੱਖ ਗਰੀਬੀ ਵੇਸ, ਹਰ ਸਰੀਰ ਉੱਪਰ ਨਿਮਰਤਾ ਵਾਲਾ ਲਿਬਾਸ ਰੱਖੋ, ਗਰੀਬਾਂ ਵਾਲਾ ਲਿਬਾਸ ਰੱਖੋ। ਗੁਰੂ ਘਰ ਹੀ ਅਰਦਾਸ ਕਰੋ, ਮੈਂ ਗਰੀਬ ਸੱਚ ਟੇਕ ਤੂੰ ਮੇਰੇ ਸਤਿਗੁਰ ਪੂਰੇ। ਦੇਖ ਤੁਮਾਰਾ ਦਰਸ਼ਨੋ ਮੇਰਾ ਮਨ ਧੀਰੇ। ਐਸਾ ਇਹ ਮਹਾਰਾਜ ਦੇ ਨਾਮ ਦਾ ਬੀਜ ਹੈ। ਇਹ ਪਰਮਾਤਮਾ ਦੇ ਨਾਮ ਨੂੰ ਹਿਰਦੇ ਰੂਪ ਧਰਤੀ ਵਿੱਚ ਬੀਜਣਾ ਕਰੋ ਤੇ ਕੰਮ ਹੁਣੇ ਕਰੋ। ਕਿਉਂਕਿ ਆਨ ਰੋਤੀ ਆਨ ਬੋਈ ਹੈ, ਫਲ ਨਾ ਫੁੱਲੇ ਤਾਹੇ। ਰੁੱਤ ਹੈ ਕਣਕ ਬੀਜਣ ਦੀ, ਬੀਜਦੇ ਝੋਨਾ ਜਿਹਨੂੰ ਤੁਸੀਂ ਧਾਨ ਕਹਿੰਦੇ ਹੋ, ਤੇ ਦੱਸੋ ਫਲ ਕਿਵੇਂ ਲਓਗੇ? ਮੌਸਮ ਦੇ ਹਿਸਾਬ ਦੇ ਨਾਲ ਹੀ ਖੇਤੀ ਬੀਜੀ ਦੀ ਹੈ। ਜਿਸ ਤਰ੍ਹਾਂ ਦੀ ਰੁੱਤ ਹੈ ਉਸੇ ਤਰ੍ਹਾਂ ਦੇ ਹੀ ਜਿਹੜੇ ਮਾਲੀ ਨੇ ਇਹਨਾਂ ਨੂੰ ਵੀ ਰੁੱਤਾਂ ਦੇ ਹਿਸਾਬ ਨਾਲ ਫੁੱਲ ਫਲ ਲਾਉਣੇ ਪੈਂਦੇ ਨੇ। ਇਹ ਜਿਹੜੇ ਸਿਆਣੇ ਨੇ ਇਹਨਾਂ ਨੂੰ ਪਤਾ ਕਿਹੜੀ ਰੁੱਤ 'ਚ ਕਿਹੜਾ ਫੁੱਲ ਲੱਗੇਗਾ। ਅਤੇ ਖੇਤੀ ਦਾ ਫਲ ਵੀ ਲੈਣਾ ਹੋਵੇ ਤਾਂ ਰੁੱਤ ਦੇ ਹਿਸਾਬ ਨਾਲ ਹੀ। ਫਿਰ ਰੁੱਤ ਵੀ ਹੋਵੇ, ਉਹਦੇ ਤੋਂ ਬਾਅਦ ਪੈਲੀ ਨੂੰ ਵਾਹ ਕੇ ਚੰਗੀ ਤਰ੍ਹਾਂ ਉੱਤੇ ਸੁਹਾਗਾ ਫੇਰ ਕੇ ਢੀਮਾਂ ਢੂਮਾਂ ਮਾਰੀਆਂ ਹੋਣ, ਐ ਨਰਮ ਕੀਤੀ ਹੋਵੇ। ਨਰਮ ਕੀਤੀ ਪੈਲੀ ਦੇ ਵਿੱਚ ਫਿਰ ਪਾਣੀ ਲਾਇਆ ਹੋਵੇ। ਜਦੋਂ ਲੱਗੀ ਹੋਈ ਪਾਣੀ ਵੱਤ ਆ ਜਾਏ, ਨਾ ਸੁੱਕੇ ਅਤੇ ਨਾ ਹੀ ਬਹੁਤਾ ਪਾਣੀ ਖੜ੍ਹਾ ਹੋਵੇ। ਉਹ ਬੱਤਰਾਈ ਪੈਲੀ ਦੇ ਵਿੱਚ ਜਦ ਬੀਜ ਬੀਜਿਆ ਜਾਵੇਗਾ ਤਾਂ ਉਹ ਪ੍ਰਫੁੱਲਤ ਹੋਵੇਗਾ। ਇਉਂ ਹੁਣ ਕਲਯੁਗ ਦੇ ਵਿੱਚ ਨਾਮ ਬੀਜਣ ਦੀ ਰੁੱਤ ਹੈ। ਇਹ ਮਨੁੱਖਾ ਜਨਮ ਰੂਪੀ ਬੱਤਰ ਆਇਆ ਹੋਇਆ ਹੈ। ਕੋਈ ਪਸ਼ੂ ਨਹੀਂ ਜਪ ਸਕਦਾ, ਕੋਈ ਪੰਛੀ ਨਹੀਂ ਜਪ ਸਕਦਾ। 84 ਲੱਖ ਜੂਨਾਂ ਵਿੱਚੋਂ ਇੱਕ ਬੰਦਾ ਹੀ ਹੈ ਜਿਹਨੂੰ ਰੱਬ ਨੇ ਜ਼ੁਬਾਨ ਦਿੱਤੀ ਹੈ। ਸੋਹਣਾ ਬੜਾ ਦਿਮਾਗ ਦਿੱਤਾ ਹੈ, ਕੰਨ ਦਿੱਤੇ ਨੇ। ਇਸ ਲਈ ਹੁਣ ਬੱਤਾ ਹਰ ਨਾਮ ਨਾ ਬੀਜਿਓ। ਇਹ ਮਨੁੱਖਾ ਜਨਮ ਦੀ ਵੱਤ ਆਈ ਹੋਈ ਹੈ। ਜੇ ਮਨੁੱਖਾ ਜਨਮ ਦੀ ਵੱਤ ਦੇ ਵਿੱਚ ਵੀ
ਵਾਹਿਗੁਰੂ ਨਾਮ ਦਾ ਬੀਜ ਹਿਰਦੇ ਰੂਪੀ ਧਰਤੀ ਵਿੱਚ ਨਹੀਂ ਬੀਜਿਆ, ਅੱਗੇ ਭੁੱਖਾ ਕਿਆ ਖਾਏ। ਫਿਰ ਭੁੱਖ ਲੱਗੀ ਤਾਂ ਅੱਗੇ ਪਰਲੋਕ ਦੇ ਵਿੱਚ ਕੀ ਖਾਵੇਗਾ? ਉਹ ਜੱਟ ਕਾਹਦਾ ਜਿਹਦੀ ਜ਼ਮੀਨ ਨਹੀਂ, ਜਿਹਦੀ ਜ਼ਮੀਨ ਵੇਗੀ ਉਹ ਜੱਟ ਹੀ ਨਹੀਂ ਹੈ। ਜੱਟ ਉਹੀ ਹੈ ਜਿਹਦੀ ਜ਼ਮੀਨ, ਜ਼ਮੀਨਦਾਰ ਤਾਂ ਹੀ ਕਹਾਂਗੇ। ਅਤੇ ਹੁੰਦਿਆਂ ਸੁੰਦਿਆਂ ਜੇ ਨਹੀਂ ਬੀਜ ਬੀਜਿਆ ਫਿਰ ਖਾਊਗਾ ਕੀ? ਉਹਦੀ ਰੋਜੀ ਜ਼ਮੀਨ ਤੋਂ ਚੱਲਦੀ ਹੈ। ਉਹ ਬਾਣੀਆਂ ਕਾਹਦਾ ਜਿਹਦੀ ਦੁਕਾਨ ਹੀ ਨਹੀਂ ਹੈ, ਉਹੀ ਤੁਰਿਆ ਫਿਰਦਾ। ਅਤੇ ਇਸ ਵਾਸਤੇ ਜੋ ਪਰਮਾਤਮਾ ਨੇ ਕੰਮ ਦਿੱਤਾ ਹੈ, ਆਪੋ ਆਪਣੇ ਕੰਮ ਦੇ ਵਿੱਚ ਰੁਚੀ ਰੱਖਣੀ ਚਾਹੀਦੀ ਹੈ। ਇਹਦੇ ਨਾਲ ਹੀ ਪ੍ਰਸੰਨਤਾ ਹੁੰਦੀ ਹੈ। ਜਿਹੜਾ ਗੁਰੂ ਦਾ ਸਿੱਖ ਹੈ ਉਹ ਸਿੱਖ ਹੀ ਕਾਹਦਾ ਜਿਹੜਾ ਅੰਮ੍ਰਿਤ ਵੇਲੇ ਨਹੀਂ ਉੱਠਿਆ? ਉਹ ਸਿੱਖ ਹੀ ਕਾਹਦਾ ਜਿਹਨੇ ਇਸ਼ਨਾਨ ਹੀ ਨਹੀਂ ਕੀਤਾ? ਉਹ ਸਿੱਖ ਹੀ ਕਾਹਦਾ ਜਿਹੜਾ ਇਸ਼ਨਾਨ ਕਰਕੇ ਗੁਰਦੁਆਰੇ ਨਹੀਂ ਆਇਆ? ਉਹ ਸਿੱਖ ਹੀ ਕਾਹਦਾ ਜਿਹਨੇ ਜਪਜੀ ਸਾਹਿਬ ਦਾ ਬੀਜ ਨਹੀਂ ਬੀਜਿਆ? ਸਿੱਖ ਤਾਂ ਉਹੀ ਹੈ ਨਾ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲ ਕੇ ਉੱਠ ਹਰ ਨਾਮ ਧਿਆਵੈ। ਜਿਹੜਾ ਨਾਮ ਨਹੀਂ ਧਿਆਉਂਦਾ ਉਹ ਸਿੱਖ ਨਹੀਂ ਹੈ। ਉਦਮ ਕਰੇ ਭਲ ਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੇ। ਜਿਹੜਾ ਨਹਾਉਂਦਾ ਨਹੀਂ ਉਹ ਸਿੱਖ ਨਹੀਂ ਹੈ। ਸਿੱਖ ਉਹੀ ਹੈ ਜਿਹੜਾ ਅੰਮ੍ਰਿਤ ਵੇਲੇ ਇਸ਼ਨਾਨ ਕਰਦਾ। ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਸਭ ਕਿਲ ਵਿਖ ਪਾਪ ਦੋਖ ਲੈ ਜਾਵੇ। ਜਿਹੜਾ ਗੁਰੂ ਦਾ ਉਪਦੇਸ਼ ਕਥਾ ਕੀਰਤਨ ਨਹੀਂ ਸੁਣਦਾ ਉਹ ਸਿੱਖ ਹੀ ਨਹੀਂ ਹੈ। ਪਾਪ ਉਤਾਰਨ ਲਈ ਮਹਾਰਾਜ ਦਾ ਸੰਗਤ 'ਚ ਬੈਠ ਕੇ ਉਪਦੇਸ਼ ਸੁਣਨਾ ਲਾਜ਼ਮੀ ਹੈ। ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੇ। ਜਿਹੜਾ ਬਾਣੀ ਨਹੀਂ ਗਾਉਂਦਾ, ਚੰਗਾ ਸੋਹਣਾ ਬੜਾ ਦਾੜਾ ਪ੍ਰਕਾਸ਼ ਹੈ, ਬਾਣਾ ਪਾਇਆ ਹੋਇਆ, ਜੇ ਕਹੋ ਬਾਬਾ ਜੀ ਅਰਦਾਸ ਕਰ ਦਿਓ, ਅਰਦਾਸ ਆਉਂਦੀ ਨਹੀਂ। 3 ਮਿੰਟਾਂ ਦੀ ਸਾਰੀ ਅਰਦਾਸ ਹੈ। ਸਾਰੀ ਉਮਰ ਕਈ ਮੇਰੇ ਵਰਗਿਆਂ ਦਾ ਝਾਕਾ ਹੀ ਨਹੀਂ ਲੈਂਦਾ, ਬਲਕਿ ਹਰ ਰੋਜ਼ ਗੁਟਕਾ ਸਾਹਿਬ ਤੋਂ ਵੇਖ ਕੇ ਜੋ ਲਿਖਿਆ ਇਹਨੇ ਬਿਨ ਉਸੇ ਤਰ੍ਹਾਂ ਹੀ ਜੇ ਆਪਾਂ ਅਰਦਾਸ ਕਰੀਏ ਤਾਂ ਮਹਾਰਾਜ ਦੀ ਕਿਰਪਾ ਨਾਲ ਯਾਦ ਹੋ ਜਾਂਦੀ ਹੈ। ਇੱਕ ਦਿਨ ਡਰ ਲੱਗੂ, ਦੂਜੇ ਦਿਨ ਲੱਗੂ, ਤੀਜੇ ਦਿਨ ਆਪਣੇ ਆਪ ਹੀ ਗੁਰੂ ਸਾਹਿਬ ਕਿਰਪਾ ਕਰ ਦਿਓ। ਜੇ ਕਰਨਾ ਹੀ ਨਹੀਂ ਤਾਂ ਫਿਰ ਕੋਈ ਲਾਭ ਨਹੀਂ। ਬਾਬਾ ਜੀ ਹੁਕਮਨਾਮਾ ਲੈ ਦਿਓ, ਆਉਂਦਾ ਹੀ ਨਹੀਂ। ਬਾਬਾ ਜੀ ਭੋਗ ਪਾ ਦਿਓ, ਸਾਨੂੰ ਤਾਂ ਪਾਠ ਆਉਂਦਾ ਹੀ ਨਹੀਂ। ਦੱਸੋ ਫਿਰ ਬਾਣੀ ਦਾ ਕੀ ਲਾਭ ਹੈ? ਬਾਣੀ ਦਾ ਲਾਭ, ਸਿੱਖੀ ਦੇ ਲਿਬਾਸ ਦਾ ਲਾਭ ਤਾਂ ਹੈ ਜੇ ਬਾਣੀ ਪੜ੍ਹਨੀ ਆਉਂਦੀ ਹੋਵੇ। ਜੇ ਸਿੱਖੀ ਹੋਈ ਨਹੀਂ ਤਾਂ ਫਿਰ ਕੋਈ ਲਾਭ ਨਹੀਂ। ਜੇ ਗੁਰਬਾਣੀ ਗਾਉਂਦਾ ਤਾਂ ਸਿੱਖ ਹੈ, ਜੇ ਗੁਰਬਾਣੀ ਗਾਉਣ ਦੀ ਜਾਚ ਨਹੀਂ ਫਿਰ ਉਹ ਸਿੱਖ ਕਾਹਦਾ ਹੈ? ਹੋਰ ਵੀ ਤਾਂ ਕੰਮ ਆਪਾਂ ਸਿੱਖਦੇ ਹੀ ਹਾਂ। ਲੋਕ ਤਾਂ ਜਹਾਜ਼ਾਂ 'ਤੇ ਚੜ੍ਹੇ ਫਿਰਦੇ ਨੇ, ਕਿੰਨਾ ਔਖਾ ਜਹਾਜ਼ ਚਲਾਉਣਾ, ਉਹ ਵੀ ਸਿੱਖਦੇ ਹੀ ਨੇ। ਦੁਨੀਆ ਵੇਖੋ ਰਾਕਟਾਂ 'ਤੇ ਭੱਜੀ ਫਿਰਦੀ ਹੈ, ਪਹਾੜਾਂ ਦੇ ਉੱਪਰ ਚੜ੍ਹੀ ਫਿਰਦੇ ਨੇ, ਕਿੰਨੇ ਔਖੇ ਦੋਖੇ ਕੰਮ ਸਿੱਖਦੇ ਆ। ਇਸ ਵਾਸਤੇ ਆਤਮਾ ਦੇ ਭਲੇ ਲਈ ਗੁਰਬਾਣੀ ਵੀ ਸਿੱਖਣੀ ਚਾਹੀਦੀ ਹੈ। ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੇ ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੇ। ਜਿਹੜਾ ਗਾਲੀ ਗਲੋਚੀ ਕਰੀ ਜਾਂਦਾ, ਆਪਦੀ ਜ਼ੁਬਾਨ ਗੰਦੀ ਕਰਦਾ, ਉਹ ਸਿੱਖ ਕਾਹਦਾ? ਸਿੱਖ ਦਾ ਜਿਹੜਾ ਮੂੰਹ ਹੈ ਉਹਦੇ 'ਤੇ ਵਾਹਿਗੁਰੂ ਹੋਣਾ ਚਾਹੀਦਾ। ਨਾਮ ਵੀ ਹੁਣ ਸੁਣਨੇ ਸੇ ਮੁਖਾ, ਵਾਹਿਗੁਰੂ ਦੇ ਨਾਮ ਤੋਂ ਬਗੈਰ ਮੂੰਹ ਸੁੰਝੇ ਨੇ। ਇਸ ਲਈ ਜਿਹੜਾ ਵਾਹਿਗੁਰੂ ਵਾਹਿਗੁਰੂ ਨਾਮ ਨੂੰ ਧਿਆਉਂਦਾ ਉਹੀ ਗੁਰੂ ਦਾ ਸਿੱਖ ਹੈ। ਪਾਤਸ਼ਾਹ ਜੀ ਦਾ ਬਚਨ ਹੈ, ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੇ ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੇ। ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ ਸੋ ਗੁਰ ਸਿੱਖ ਗੁਰੂ ਮਨ ਭਾਵੇ। ਜਿਹੜਾ ਸਵਾਸ ਗਿਰਾਸ ਵਾਹਿਗੁਰੂ 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 ਨਾਮ ਨੂੰ ਧਿਆਉਂਦਾ ਉਹੀ ਗੁਰੂ ਦਾ ਸਿੱਖ, ਗੁਰੂ ਦੇ ਮਨ ਨੂੰ ਪਾਉਂਦਾ ਹੈ। ਸੋ ਗੁਰ ਸਿੱਖ ਗੁਰੂ ਮਨ ਭਾਵੈ, ਜਿਸ ਨੂੰ ਦਿਆਲ ਹੋਵੇ ਮੇਰਾ ਸੁਆਮੀ ਤਿਸ ਗੁਰ ਸਿੱਖ ਗੁਰੂ ਉਪਦੇਸ਼ ਸੁਣਾਵੇ। ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ
ਅਵਰਹਿ ਨਾਮ ਜਪਾਵੈ। ਅਸੀਂ ਉਸ ਗੁਰੂ ਦੇ ਸਿੱਖ ਦੀ ਚਰਨ ਤੋੜੀ ਮੰਗਦੇ ਆ ਜਿਹੜਾ ਆਪ ਹੀ ਨਾਮ ਜਪਦਾ ਤੇ ਦੂਜਿਆਂ ਨੂੰ ਵੀ ਜਪਣ ਦਾ ਉਪਦੇਸ਼ ਭਾਵ ਪ੍ਰੇਰਨਾ ਦਿੰਦਾ ਹੈ। ਆ ਤੁਹਾਡੇ ਕੋਲ ਹੀ ਅਕਾਲ ਆਸ਼ਰਮ ਵਾਲੇ ਮਹਾਂਪੁਰਖ ਭਾਈ ਜਸਬੀਰ ਸਿੰਘ ਜੀ ਖੰਨੇ ਵਾਲੇ, ਬੜੀ ਮਹਾਰਾਜ ਦੀ ਕਿਰਪਾ। ਜਦੋਂ ਕੀਰਤਨ ਕਰਦੇ ਉਹਨਾਂ ਦਾ ਚਿਹਰਾ ਲਾਲ ਸੁਰਖ ਪੰਚਮ ਸੁਰ 'ਤੇ ਕੀਰਤਨ ਕਰਦੇ ਸਨ ਪੂਰੇ ਜੋਸ਼ ਦੇ ਨਾਲ, ਤੇ ਆਪ ਵੀ ਨਾਮ ਜਪਿਆ, ਦੂਸਰਿਆਂ ਨੂੰ ਵੀ ਜਪਣ ਦੀ ਪ੍ਰੇਰਨਾ ਦਿੱਤੀ, ਤੇ ਗੁਰਦੁਆਰੇ ਦੇ ਅੰਦਰੋਂ 1 ਵੀ ਰੁਪਈਆ ਨਹੀਂ ਚੁੱਕਿਆ, ਆਪਦੀ ਬੋਝੀ ਨਹੀਂ ਭਰੀ, ਘਰਦਿਆਂ ਨੂੰ ਨਹੀਂ ਦਿੱਤਾ। ਅਜੇ ਵੀ ਉਹਨਾਂ ਦੇ ਮੁੰਡਿਆਂ ਦਾ ਟੈਂਟ ਹਾਊਸ ਹੈ ਖੰਨੇ, 7 ਫੇਸ ਕੋਠੀ ਹੈ, ਖੰਨੇ ਟੈਂਟ ਹਾਊਸ ਹੈ। ਆਪ ਦਾ ਕੰਮ ਕਾਰੋਬਾਰ ਹੈ, ਗੁਜ਼ਾਰਾ ਆਪਣੀ ਕਾਰੋਬਾਰ ਤੋਂ, ਆਪਣੇ ਕੰਮ ਤੋਂ। ਜੋ ਗੁਰੂ ਕੀਆਂ ਸੰਗਤਾਂ ਨੇ ਪਹਿਲੀ ਗੱਲ ਤਾਂ ਲਿਫਾਫਾ ਲੈਣਾ ਹੀ ਨਹੀਂ, ਜਿਹਨੇ ਦਿੱਤਾ ਉੱਥੇ ਹੀ ਭੇਟਾ ਕਰਕੇ ਮੱਥਾ ਟੇਕ ਦੇਣਾ। ਅਕਾਲ ਤਖਤ ਸਾਹਿਬ ਨੇ 5 ਲੱਖ ਰੁਪਈਆ ਸਰੂਪਾ ਦਿੱਤਾ ਪੰਥ ਰਤਨ ਦਾ ਉਹਨਾਂ ਦੇ ਮੁੰਡਿਆਂ ਨੂੰ। ਉਹ ਕਹਿੰਦੇ ਵੀ ਸਾਡੇ ਬਾਬੇ ਨੇ ਨਹੀਂ ਲਿਆ, ਆਪਾਂ ਕਿਉਂ ਲਾਈਏ। ਉਹ ਵੀ ਇੱਥੇ ਅਕਾਲ ਆਸ਼ਰਮ ਭੇਟਾ ਕਰ ਗਏ। ਮੇਰੇ ਸਾਹਮਣੇ ਦੀ ਗੱਲ, ਸਰੂਪਾ ਦਾ ਗਲ 'ਚ ਪਵਾ ਲਿਆ। ਬਾਬਾ ਦਰਸ਼ਨ ਸਿੰਘ ਜੀ ਕੁੱਲੀ ਵਾਲਿਆਂ ਦੇ ਭੋਗ 'ਤੇ ਅਸੀਂ ਇਕੱਠੇ ਹੋਏ, ਜੋ ਲਿਫਾਫਾ ਦਿੱਤਾ ਉਹਨਾਂ ਨੂੰ ਵਾਪਸ ਕਰ ਦਿੱਤਾ। ਸਾਰੀ ਉਮਰ ਨਿਸ਼ਕਾਮਤਾ ਦੇ ਨਾਲ ਕੀਰਤਨ ਕੀਤਾ, ਪਰ ਵਾਹਿਗੁਰੂ ਨਾਮ ਦਾ ਜਾਪ ਜਪਿਆ। ਅੱਜ ਵੀ ਭਾਈ ਦਵਿੰਦਰ ਸਿੰਘ ਜੀ ਖੰਨੇ ਵਾਲੇ, ਤੁਸੀਂ ਕੀਰਤਨ ਨਹੀਂ ਬੁਲਾਓ, ਭੇਟਾ ਨਹੀਂ ਕੋਈ ਲੈਂਦੇ। ਸੋ ਹਾਂ, ਸੇਵਾਵਾਂ ਤੇ ਸੰਗਤਾਂ ਵੱਲੋਂ ਹੀ ਹੁੰਦੀਆਂ। ਇਸ ਵਾਸਤੇ ਸੰਗਤਾਂ ਦਸਵੰਧ ਕੱਢਦੀਆਂ ਗੁਰੂ ਘਰ ਦੇ ਕੰਮ ਦਾ, ਸੰਗਤਾਂ ਦੀ ਮਾਇਆ ਨਾਲ ਹੀ ਸਬਰਦੇ ਨੇ, ਪਰ ਮਹਾਰਾਜ ਦੀ ਹਜ਼ੂਰੀ 'ਚ ਕੋਈ ਲਾਲਚ ਨਹੀਂ ਕੀਤਾ, ਨਾਮ ਨੂੰ ਮੁੱਖ ਰੱਖਿਆ। ਇਸ ਲਈ ਇੱਕ ਨਾਮ ਬੋਵੋ ਬੋਵੋ ਹੇ ਗੁਰਮੁਖੋ। ਜਿਵੇਂ ਜ਼ਿਮੀਂਦਾਰ ਆਪਣੀ ਖੇਤੀ ਵਿੱਚ ਬੀਜ ਬੀਜਦਾ ਹੈ ਤੇ ਖੁਸ਼ਹਾਲ ਰਹਿੰਦਾ ਹੈ, ਇਸੇ ਤਰ੍ਹਾਂ ਇੱਕ ਰੁੱਤ ਦੇ ਵਿੱਚ ਲੋਕ 2-2 ਫਸਲਾਂ ਲੈਂਦੇ ਨੇ ਜਿਹੜੇ ਸਿਆਣੇ ਬੰਦੇ ਨੇ। ਮੇਰੇ ਵਰਗੇ ਮੂਰਖ ਤਾਂ ਭੁੱਖੇ ਮਰਨਗੇ ਜਿਨ੍ਹਾਂ ਰੋਟੀ ਨਹੀਂ ਸਾਂਭੀ, ਵਾਤੀ ਨਹੀਂ ਸਾਂਭਿਆ, ਇੱਕ ਵੀ ਫਸਲ ਦਾ ਝਾੜ ਨਹੀਂ ਲਿਆ, ਖਿਆਲ ਹੀ ਨਹੀਂ ਰੱਖਿਆ। ਤੋ ਇਸ ਲਈ ਅਬਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਪਰਮਾਤਮਾ ਦੇ ਨਾਮ ਨੂੰ ਹਿਰਦੇ ਰੂਪ ਧਰਤੀ ਵਿੱਚ ਬੀਜਣਾ ਕਰੋ। ਅਨਰੂਤ ਨਾਹੀ ਨਾਹੀ। ਹੁਣ ਜੇ ਕਲਯੁਗ ਦਾ ਸਮਾਂ, ਅਬ ਕੱਲੂ ਆਇਓ ਰੇ, ਇੱਕ ਨਾਮ ਬੋਵੋ ਬੋਵੋ, ਇਹ ਰੁੱਤ ਹੈ। ਜਿਹੜੇ ਹੋਰ ਯੁੱਗ ਸਨ ਉਹਨਾਂ ਦੇ ਵਿੱਚ ਜਗ ਜੋਗ ਕਰਮ ਕਾਂਡਾਂ ਦੀ ਰੀਤੀ ਸੀਗੀ। ਕਲਿਆਣ ਦਾ ਉਹਨਾਂ ਯੁੱਗਾਂ ਵਿੱਚ ਵੀ ਨਾਮ ਜਪਣ ਦੇ ਨਾਲ ਹੁੰਦੀ ਸੀ, ਪਰ ਫਿਰ ਵੀ ਲੋਕ ਧਰਮੀ ਸਨ। ਸਤਯੁਗ ਸਤਯੁਗ ਦੇ 7 ਪ੍ਰਤੀਕੀ ਲੋਕ ਹੋਇਆ ਕਰਦੇ। ਤੇਤਾ ਜਗੀ, ਤ੍ਰੇਤੇ ਵੇ ਜਗ ਕਰਿਆ ਕਰਦੇ। ਦੁਆਪਰ ਪੂਜਾ ਚਾਰ, ਦੁਆਪਰ ਦੇ ਵਿੱਚ ਸ੍ਰੇਸ਼ਟ ਆਚਾਰ ਸਹਿਤ ਪੂਜਾ ਪ੍ਰਤਿਸ਼ਠਾ ਕਰਦੇ। ਸਤਯੁਗ ਸਤ, ਤੇਤਾ ਜਗੀ, ਦੁਆਪਰ ਪੂਜਾ ਚਾਰ, तीनों जुग तीनों दिड़, कल केवल नाम आधार। ਉੱਚੀ ਬੋਲ ਕੇ ਕਹਿ ਦਿਓ ਜੀ, ਸਤਨਾਮ ਸ੍ਰੀ ਵਾਹਿਗੁਰੂ। ਇੱਥੇ ਘੰਟਾ ਬਹਿਣਾ ਔਖਾ ਹੁੰਦਾ, ਕੋਈ ਤਪ ਕੀ ਕਰੂਗਾ। ਰੋਟੀ ਤਾਂ ਆਪ ਦੀ ਨਹੀਂ ਪੱਕਦੀ, ਦੂਜਿਆਂ ਨੂੰ ਕੀ ਕੋਈ ਖਵਾਊਗਾ। ਦਾਨ ਵੀ ਨਹੀਂ ਕਰ ਸਕਦੇ, ਨਾ ਆਪਾਂ ਤਪ ਕਰ ਸਕਦੇ ਹਾਂ, ਸਾਡੇ 'ਚ ਤਾਕਤ ਨਹੀਂ ਹੈ, ਤੋ ਪੈਸਾ ਨਹੀਂ ਹੈ ਦਾਨ ਪੁੰਨ ਦਾ, ਉਮਰ ਵੀ ਥੋੜ੍ਹੀ ਹੈ। ਇਸ ਵਾਸਤੇ ਸੋ ਇੱਥੇ ਤਾਂ ਸੰਗਤ ਦੇ ਵਿੱਚ ਨਾਮ ਜਪੇ ਹੀ ਕੰਮ ਹੋਣਾ ਹੈ। ਇਹ ਘੜੀ ਕੇ ਸਿਮਰਨ ਪਾਪੀ ਤਰਿਆ ਨੇਕ। ਇਸ ਲਈ ਹੁਣ ਹੋਰ ਜਗ ਜੁਗ ਆਦਿਕ ਦੀ ਰੁੱਤ ਨਹੀਂ ਹੈ ਭਾਈ। ਬਾਤ ਭਰਮ ਭੂਲਾ ਹੋ ਹੇ ਭਾਈ, ਮਤਾ ਪਰਮ ਦੇ ਵਿੱਚ ਭੁੱਲਣਾ ਕਰੋ, ਮਤਾ ਪਰਮ ਦੇ ਵਿੱਚ ਭੁੱਲਣਾ ਕਰੋ। ਗੁਰ ਮਿਲੇ
ਹਰ ਪਾਏ। ਜਿਸ ਨੂੰ ਗੁਰੂ ਜੀ ਮਿਲੇ ਨੇ ਉਸਨੇ ਹਰੀ ਪ੍ਰਭੂ ਨੂੰ ਪਾਉਣਾ ਕੀਤਾ ਹੈ। ਜਿਸ ਮਸਤਕ ਹੈ ਲੇਖਾ, ਜਿਸ ਦੇ ਮੱਥੇ ਉੱਪਰ ਸ੍ਰੇਸ਼ਟ ਲੇਖ ਕਰਮ ਹੈ, ਜਾਂ ਜਿਸ ਦੇ ਅੰਤःਕਰਨ ਨੂੰ ਮੱਥੇ ਉੱਪਰ ਸ੍ਰੇਸ਼ਟ ਉਪਦੇਸ਼ ਨੂੰ ਜਿਸ ਨੇ ਲਿਖ ਲਿਆ, ਉਸ ਨੂੰ ਇਹ ਦਾਤ ਪ੍ਰਾਪਤ ਹੋਈ ਹੈ। ਮਨ ਰੁਤ ਨਾਮ ਰੇ। ਇਹ ਮਨਾ ਹੁਣੇ ਕਲਯੁਗ ਦੀ ਰੁੱਤ, ਨਾਮ ਜਪਣ ਦੀ ਰੁੱਤ ਹੈ। ਬੰਦਾ ਬਣ ਜਾ, ਸਿੱਧਾ ਹੋ ਕੇ ਕਮਰ ਕੱਸਾ ਕਰ ਤੇ ਵਾਹਿਗੁਰੂ ਨਾਮ ਨੂੰ ਜਪਿਆ ਕਰ। ਗੁਣ ਕਹੇ ਨਾਨਕ ਹਰ ਹਰੇ ਹਰ ਹਰੇ। ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਕਿ ਇਹ ਹਰੇਕ ਨੂੰ ਹਰੇ ਭਰੇ ਕਰਨ ਵਾਲੇ ਹਰੀ ਪ੍ਰਭੂ ਦੇ ਗੁਣ ਆਪਾਂ ਨੇ ਕਥਨ ਕੀਤੇ ਨੇ। ਅਸੀਂ ਆਸ ਕਰਦੇ ਹਾਂ ਕਿ ਤੁਹਾਨੂੰ ਚੰਗੇ ਲੱਗੇ ਹੋਣਗੇ। ਰੱਬ ਤੋਂ ਬਗੈਰ, ਉਹਦੇ ਨਾਮ ਤੋਂ ਬਗੈਰ ਗੁਰਦੁਆਰੇ ਆਪਾਂ ਕੋਈ ਗੱਲ ਨਹੀਂ ਕਰ ਸਕਦੇ। ਇਹ ਨਿਯਮ ਹੈ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਸੰਗਤਾਂ ਪੰਜੇ ਬੈਠੀਆਂ ਨੇ ਵਿਚਾਰੀਆਂ, ਅਤੇ ਆਪਾਂ ਸਟੇਜ ਉੱਪਰ ਚੜ੍ਹ ਕੇ ਬੈਠੇ ਹਾਂ ਉੱਚੇ ਜਗ੍ਹਾ 'ਤੇ। ਕਾਹਦੇ ਲਈ? ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਗੁਣ ਗਾਉਣ ਲਈ ਸੰਗਤਾਂ ਨੇ ਸਾਨੂੰ ਬਿਠਾਇਆ। ਇਸ ਲਈ ਤੇ ਦੂਜੀ ਗੱਲ ਨਹੀਂ ਹੁੰਦੀ। ਇਸ ਲਈ ਸਾਧ ਸੰਗਤ ਜੀਓ, ਅਸੀਂ ਪ੍ਰਭੂ ਦੇ ਗੁਣ ਤੁਹਾਨੂੰ ਕਹਿ ਕੇ ਕਥਨ ਕਰਕੇ ਸਰਵਣ ਕਰਵਾਏ ਨੇ ਕਿ ਨਾਮ ਜਪੋ। ਨਾਮ ਜਪਣ ਦਾ ਕੀ ਲਾਭ ਹੈ, ਪ੍ਰਭੂ ਦੇ ਕੈਸੇ ਗੁਣ ਨੇ, ਇਹੀ ਬੇਨਤੀ ਕਰ ਰਹੇ ਹਾਂ। ਸੰਤ ਮਹਲਾ ਪੰਜਵਾ। ਇਹ ਗੁਰਬਾਣੀ ਨਿਰੋਲ ਵਾਹਿਗੁਰੂ ਦੇ ਗੁਣਾਂ ਨੂੰ ਕਥਨ ਕਰਦੀ ਹੈ। ਬਸੰਤ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਘਰ ਦੂਜਾ ਦੂਸਰੇ ਸੁਰ ਤਾਲ ਦੇ ਵਿੱਚ ਪਾਵਨ ਸ਼ਬਦ ਹਿੰਡੋਲ। ਹਿੰਡੋਲ ਨਾਮ ਹੈ ਪੰਗੂੜੇ ਦਾ। ਬੱਚਾ ਰੋਂਦਾ ਹੋਵੇ, ਪੰਗੂੜੇ 'ਚ ਪਾ ਕੇ ਉਹਨੂੰ ਝੂਟਾ ਦੇ ਕੇ ਚੁੱਪ ਕਰਾਈਦਾ। ਇੰਝ ਜਿਹੜਾ ਸਾਡਾ ਮਨ ਹੈ, ਇਹਨੂੰ ਹਿੰਡੋਲ ਰਾਗ ਝੂਟਾ ਦਿੰਦਾ ਆਨੰਦ ਦਾ। ਜਦ ਵਾਹਿਗੁਰੂ ਦੇ ਗੁਣ ਇਹਦੇ ਕੰਨੀ ਪੈਂਦੇ ਨੇ, ਉਦੋਂ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਬਸੰਤ ਅਤੇ ਹਿੰਡੋਲ ਦੋਨੇ ਰਾਗ ਮਿਲਾ ਕੇ, ਬਸੰਤ ਵੀ ਆਨੰਦ ਵਾਲਾ, ਹਿੰਡੋਲ ਵੀ ਝੂਲੇ ਝੁਲਾਉਣ ਵਾਲਾ, ਇਹਨਾਂ ਦੋਨਾਂ ਰਾਗਾਂ ਨੂੰ ਮੇਲਦੇ ਸਤਿਗੁਰੂ ਅਰਜਨ ਦੇਵ ਜੀ ਪਾਵਨ ਸ਼ਬਦ ਉਚਾਰ ਰਹੇ ਹਨ। ਇੱਕ ਓੰਕਾਰ। ਇੱਕ ਅਦੁੱਤੀ ਬ੍ਰਹਮ ਓੰਕਾਰ ਜੋ ਸਰਬ ਦਾ ਪ੍ਰਕਾਸ਼ਕ ਹੈ। ਸਤਿਗੁਰ ਪ੍ਰਸਾਦ ਜੋ ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਗੁਰਸਿੱਖਾਂ ਨੇ ਬੇਨਤੀ ਕੀਤੀ, ਇਹ ਸਤਿਗੁਰੂ ਜੀ ਜਿਹੜੇ ਲੋਕ ਚੌਂਪੜ ਦੀ ਬਾਜੀ ਖੇਡਦੇ ਨੇ, ਤੁਹਾਡੀ ਇਸ ਬਾਰੇ ਕੀ ਆਗਿਆ ਹੈ? ਅੱਗੋਂ ਸਤਿਗੁਰਾਂ ਨੇ ਕਿਹਾ ਕਿ ਤੁਹਾਨੂੰ ਇਹ ਖੇਡ ਖੇਡਣ ਦੀ ਆਗਿਆ ਨਹੀਂ ਹੈ, ਇਹ ਜੂਆ ਹੁੰਦਾ ਹੈ। ਅਸੀਂ ਤੁਹਾਨੂੰ ਗੁਰਮਤ ਅਨੁਸਾਰ ਚੌਪੜ ਖੇਡਣ ਦੀ ਜੁਗਤੀ ਦੱਸਦੇ ਹਾਂ। ਲਓ ਪਿਆਰ ਨਾਲ ਸੁਣੋ। ਓ ਏਕ ਅਤਰ ਮਿਲਹੁ ਮੇਰੇ ਭਾਈ। ਜਿਵੇਂ ਬੁੱਢੇ ਤਖਤ ਪੋਸ਼ 'ਤੇ ਬਹਿ ਕੇ ਤਾਸ਼ ਖੇਡਦੇ ਨੇ ਅਤੇ ਨਾਲੇ ਆਉਂਦੇ ਜਾਂਦੇ ਵੱਲ ਵੇਖ ਕੇ ਹੱਸਦੇ ਨੇ, ਮਖੌਲ ਕਰਦੇ ਨੇ, ਵਾਚ ਕਰਦੇ ਨੇ। ਇਸ ਤਰ੍ਹਾਂ ਦੀਆਂ ਗੱਲਾਂ ਚਿੱਟੀ ਦਾੜੀ ਵਾਲੇ ਬਜ਼ੁਰਗਾਂ ਨੂੰ ਚੰਗੀਆਂ ਨਹੀਂ ਲੱਗਦੀਆਂ। ਚੌਂਕ ਬਾਜ਼ਾਰ ਦੇ ਵਿੱਚ ਉੱਚੀ ਉੱਚੀ ਮਖੌਲਬਾਜ਼ੀ ਕਰਨੀ ਅਤੇ ਤਾਸ਼ ਖੇਡਣੀ, ਉੱਥੇ ਹੀ ਪੁੱਤ ਖੇਡ ਰਿਹਾ, ਪੋਤਰਾ ਖੇਡ ਰਿਹਾ, ਉੱਥੇ ਹੀ ਬਜ਼ੁਰਗ, ਕੀ ਪ੍ਰਭਾਵ ਪਊਗਾ? ਉੱਥੇ ਧੀ ਬੈਠੀ ਆ, ਉੱਥੇ ਬਜ਼ੁਰਗ ਬੈਠੇ ਟੀਵੀ ਦੇ ਅੱਗੇ। ਅਤੇ ਇਸ ਵਾਸਤੇ ਤਾਂ ਹੀ ਤਾਂ ਬੱਚੇ ਬੇਮੁਖ ਨੇ। ਇਸ ਲਈ ਸੰਗਤ ਦੇ ਵਿੱਚ ਬੈਠਣ ਦੀ ਆਗਿਆ, ਜਿੱਥੇ ਪ੍ਰਭੂ ਦਾ ਨਾਮ ਜਪਿਆ ਜਾਂਦਾ। ਜਿਵੇਂ ਲੋਕ ਇਕੱਠੇ ਹੋ ਕੇ ਤਾਸ਼ ਖੇਡਦੇ ਨੇ, ਜੂਆ ਖੇਡਦੇ ਨੇ, ਗੁਰਮੁਖਾਂ ਦੇ ਕੋਲ ਤਾਂ ਟਾਈਮ ਹੈ ਹੀ ਨਹੀਂ। ਕਹਿੰਦੇ ਜੀ ਟਾਈਮ ਪਾਸ ਨਹੀਂ ਹੁੰਦਾ, ਕੀ ਕਰੀਏ? ਟਾਈਮ ਪਾਸ ਕਰ ਰਹੇ ਹਾਂ। ਨਾ ਤਾਂ ਟਾਈਮ ਪਾਸ ਕਰਨਾ ਅਤੇ ਨਾ ਹੀ ਫਜ਼ੂਲ ਗਵਾਉਣਾ। ਗੁਰਮੁਖ ਨੇ ਸੰਗਤ ਦੀ ਸਭਾ ਵਿੱਚ ਬੈਠ ਕੇ ਸਮੇਂ ਨੂੰ ਸਫਲ ਬਣਾਉਣਾ ਹੈ। ਇਹ ਮੇਰੇ ਭਰਾਵੋ, ਸਤ ਸੰਗਤ ਦੇ ਵਿੱਚ ਇਕੱਠੇ ਹੋ ਕੇ ਮਿਲਣਾ ਕਰੋ।
ਦੁਬਦਾ ਦੂਰ ਕਰਹੁ ਲਿਵ ਲਾਇ। ਅਤੇ ਦਵੈਤ ਭਾਵ ਨੂੰ ਦੂਰ ਕਰਨਾ ਕਰੋ। ਮਤਲਬ ਇੱਕ ਦੂਜੇ ਨਾਲ ਜੇ ਸਾਡੀ ਕੋਈ ਗੱਲਬਾਤ ਹੋਈ ਵੀ ਹੈ, ਉੱਚੀ ਨੀਵੀਂ ਗੁੱਸੇ ਰਾਜੀ, ਸੰਗਤ 'ਚ ਨਹੀਂ ਈਰਖਾ ਕਰਨੀ ਚਾਹੀਦੀ। ਇਸ ਲਈ ਇੱਥੇ ਪਿਆਰ ਨਾਲ ਦਵੈਤ ਤੋਂ ਰਹਿਤ ਹੋ ਕੇ ਬੈਠਣਾ ਕਰੋ ਅਤੇ ਪ੍ਰਭੂ ਦੇ ਚਰਨਾਂ ਵਿੱਚ ਆਪਦੀ ਲੇਵ ਬਿਰਤੀ ਪ੍ਰੀਤੀ ਲਾਉਣਾ ਕਰੋ, ਜਾਂ ਲੇਵ ਲਗਾ ਕੇ ਦੁਬਿਧਾ ਨੂੰ ਦੂਰ ਕਰੋ। ਦੁਬਿਧਾ ਨਾ ਪੜੋ, ਹਰ ਬਿਨ ਹੋਰ ਨਾ ਪੂਜੋ, ਮੜਾ ਮਸਾਨ ਨਾ ਜਾਈ। ਤ੍ਰਿਸ਼ਨਾ ਰਾਜ ਨਾ ਪਰ ਕਰ ਜਾਵਾ, ਤ੍ਰਿਸ਼ਨਾ ਨਾਮ ਬੁਝਾਈ। ਹਰ ਨਾਮਾ ਕੇ ਹੋਵਹੁ ਜੋੜੀ। ਹਰੀ ਪ੍ਰਮਾਤਮਾ ਦੇ ਨਾਮ ਦੇ ਮਿਲਾਪੀ ਹੋਣਾ ਕਰੋ। ਜਿਸ ਤਰ੍ਹਾਂ ਜੁੱਟ ਜੋੜੀ ਦਾ ਹੈ, ਇਸ ਤਰ੍ਹਾਂ ਜੋੜੀਆਂ ਬਣਾਓ, ਜਾਂ ਚਿੱਤ ਦੀ ਬਿਰਤੀ ਨੂੰ ਜੋੜਨ ਰੂਪ ਜੋਟੇ ਬਣਾਉਣਾ ਕਰੋ। ਗੁਰਮੁਖ ਬੈਸਹੁ ਸਫਾ ਵਿਛਾਇ। ਜਿਵੇਂ ਚੌਂਕਾਂ ਦੇ ਵਿੱਚ ਤੱਪੜ ਜਾ ਵਿਛਾ ਕੇ ਬਹਿ ਜਾਂਦੇ ਨੇ, ਇਉਂ ਸੰਗਤ ਦੇ ਵਿੱਚ ਗੁਰਮੁਖ ਬਣ ਕੇ ਦਿਲ ਦੀ ਸਫਾਈ ਰੂਪ ਸਫਾ ਚੌਪੜ ਖੇਡਣ ਦੀ ਬਸਤਰ ਵਿਛਾ ਕੇ ਇੱਥੇ ਬੈਠਣਾ ਕਰੋ। ਬਿਨ ਬਿਦ ਪਾਸਾ ਢਲ ਹੋ ਵੀਰ। ਇਹ ਮੇਰੇ ਵੀਰੋ, ਇਹ ਮੇਰੇ ਭਰਾਵੋ, ਇਸ ਤਰੀਕੇ ਨਾਲ ਦੁਨੀਆ ਤੋਂ ਉਲਟ ਪਰਮਾਤਮਾ ਵੱਲ ਚਿੱਤ ਲਾਉਣ ਨੂੰ ਪਾਸਾ ਢਾਲਣਾ ਕਰੋ, ਸੁੱਟਣਾ ਕਰੋ। ਜਾਂ ਜੇ ਤੁਸੀਂ ਇਸ ਤਰੀਕੇ ਨਾਲ ਪਾਸਾ ਸੁੱਟੋਗੇ ਤਾਂ ਤੁਸੀਂ ਮੰਨੋ ਜਿੱਤਣ ਵਾਲੇ ਵੀਰ ਬਹਾਦਰ ਸੂਰਮੇ ਬਣ ਜਾਓਗੇ। ਗੁਰਮੁਖ ਨਾਮ ਜਪਹੁ ਦਿਨ ਰਾਤੀ। ਗੁਰਮੁਖ ਬਣ ਕੇ ਜਾਂ ਗੁਰਮੁਖਾਂ ਦੀ ਸੰਗਤ ਕਰਕੇ ਜਾਂ ਮੁਖੀ ਗੁਰਾਂ ਦੁਆਰਾ ਦਿਨ ਰਾਤ ਵਾਹਿਗੁਰੂ ਵਾਹਿਗੁਰੂ ਨਾਮ ਜਪਣਾ ਕਰੋ। ਅੰਤ ਕਾਲ ਨਹਿ ਲਾਗੈ ਪੀਰ। ਫਿਰ ਜਦ ਜਾਮ ਆਉਂਦੇ ਨੇ ਢਿੱਡੀ ਪੀੜਾਂ ਪਾ ਦਿੰਦੇ, ਮਾਰ ਮਾਰ ਵੱਖੀਆਂ ਉੱਤੇ ਚੜਾ ਦਿੰਦੇ। ਯਮਦੂਤਾਂ ਵੱਲ ਵੇਖ ਕੇ ਅਖੀਰ ਦੇ ਸਮੇਂ ਯਮਾਂ ਦੀ ਜਿਹੜੇ ਉਹ ਗੋਡਾ ਮੋਹਦੇ ਨੇ, ਕੇਸਾਂ ਤੋਂ ਫੜ ਕੇ ਬੰਦੇ ਨੂੰ ਪਟਕਾ ਕੇ ਸੁੱਟਦੇ ਨੇ। ਇਸ ਤਰ੍ਹਾਂ ਦੀ ਜਿਹੜੀ ਪੀੜਾ ਹੈ ਉਹ ਯਮਦੂਤਾਂ ਦੀ ਕੁੱਟ ਦੀ ਨਹੀਂ ਲੱਗੇਗੀ, ਸਾਰਿਆਂ ਨੂੰ ਕੁੱਟ ਪੈਂਦੀ ਹੈ। ਇਹੋ ਸੰਸਾਰ ਬੇਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ। ਇੱਕ ਦੀ ਮੈਂ ਉਹ ਸੁਣੀ ਆਡੀਓ ਫੋਨ ਦੇ ਵਿੱਚ, ਅਮਰੀਕਾ ਦਾ ਬੰਦਾ ਚੰਗਾ ਗੁਣੀ ਗਿਆਨੀ, ਕਹਿੰਦਾ ਮੈਂ ਕਥਾਵਾਚਕ, ਅਤੇ ਕਹਿਣ ਦੀ ਸ਼ਰਮ ਨਹੀਂ ਕਰਨੀ ਚਾਹੀਦੀ, ਸੱਚੀ ਗੱਲ ਹੈ। ਕਹਿੰਦਾ ਅੰਮ੍ਰਿਤ ਵੀ ਛਕਿਆ ਹੋਇਆ, ਅਤੇ ਫਿਰ ਵੀ ਮੈਨੂੰ ਕੁੱਟ ਇੰਨੀ ਪਈ ਕਿ ਜਿਸ ਤਰ੍ਹਾਂ ਕਿਸੇ ਨੇ ਲੰਮੇ ਪਾ ਕੇ ਅਤੇ ਚੰਗੀ ਦਹਿੰਬੜ ਲਾਈ ਹੁੰਦੀ, ਇਸ ਤਰ੍ਹਾਂ ਸਰੀਰ ਨਟਾਲ ਕਰਕੇ ਸੁੱਟ ਦਿੱਤਾ ਯਮਾਂ ਨੇ। ਬੜੀ ਬੁਰੀ ਹਾਲਤ ਕੀਤੀ ਅਤੇ ਬੜੀ ਮੁਸ਼ਕਿਲ ਛੁੱਟ ਛੱਡ ਕੇ ਭੱਜੇ। ਫਿਰ ਜਿਉਂਦਾ ਹੋਇਆ, ਉਹਨੇ ਤਾਂ ਦੱਸਿਆ, ਸਿੰਘ ਨੇ ਛਡਾਇਆ ਦਰਸ਼ਨ ਦੇ ਕੇ। ਉਮਰ ਬਾਕੀ ਹੋਊਗੀ, ਰੱਬ ਜਾਣੇ। ਉਹ ਕਹਿੰਦਾ ਉਸ ਤੋਂ ਬਾਅਦ ਮੈਂ ਇੰਨਾ ਸੁਧਰਿਆ, ਮਨ ਦੇ ਵਿੱਚ ਲਾਲਚ ਹੁੰਦਾ ਸੀਗਾ, ਆਪ ਧਾਰਨ ਨਹੀਂ ਕਰਨਾ, ਆਪ ਕਹੋ ਅਵਰਾ ਉਪਦੇਸ਼। ਉਸ ਤੋਂ ਬਾਅਦ ਕਹਿੰਦੇ ਸੋਝੀ ਆ ਗਈ। ਇਸ ਵਾਸਤੇ ਜਿਹੜੇ ਯਮਦੂਤ ਨੇ ਰੱਬ ਵੱਲੋਂ ਡਿਊਟੀ ਵੀ ਉਹਨਾਂ ਦੀ ਇਹੀ ਲੱਗੀ ਹੋਈ ਹੈ, ਸਖਤੀ ਵਾਲੀ। ਉਹ ਨਰਮ ਵਰਤਾਓ ਵਰਤ ਹੀ ਨਹੀਂ ਸਕਦੇ, ਨਰਮੀ ਨੂੰ ਕੋਈ ਜਾਣਦਾ ਹੀ ਨਹੀਂ ਬੰਦਾ। ਸਖਤੀ ਦੇ ਨਾਲ ਹੀ ਛੋਟੀ ਜਿਹੀ ਚਿੜੀ ਨਹੀਂ ਆਪ ਦਾਲਣਾ ਛੱਡਦੀ। ਅਤੇ ਬੰਦੇ ਨੇ ਜਿਹੜੀਆਂ ਕੋਠੀਆਂ ਬਣਾਈਆਂ ਹੋਈਆਂ ਨੇ, ਜੇ ਸਰੀਰ 'ਚ ਅਸੀਂ ਸਾਰੀ ਉਮਰ ਵੇਖੋ ਰਹੇ ਹਾਂ, ਬੰਦਾ ਕਿੱਥੇ ਛੱਡੂਗਾ ਆਪਦੀਆਂ ਕੋਠੀਆਂ ਕਾਰਾਂ ਨੂੰ, ਸਰੀਰ ਨੂੰ। ਕੁੱਟ ਕੱਟ ਕੇ ਹੀ, ਫੜ ਫੁੜ ਕੇ ਜ਼ਬਰਦਸਤੀ ਲਿਜਾਂਦੇ ਨੇ ਕੰਨ ਤੋਂ ਫੜ ਕੇ। ਜਾਂ ਜਮ ਪਕੜ ਚਲਾਇਆ ਵਣਜਾਰਿਆ ਮਿੱਤਰਾ, ਕਿਸੇ ਨਾ ਮਿਲਿਆ ਭੇਤ, ਜਮ ਕਾ ਡੰਡ ਮੂੰਡ ਮੈਂ ਲਾਗੇ। ਗੁਰਬਾਣੀ ਸੱਚੀ ਆ, ਮੰਨਣੀ ਪਊਗੀ। ਡੰਡਾ ਉਹਨਾਂ ਦੇ ਹੱਥ ਜਿਹੜਾ ਸਿਰ 'ਚ ਮਾਰਦੇ ਨੇ, ਸੁਰਤ ਬਦਲਾ ਦਿੰਦੇ। ਚੱਲ ਪੁੱਤ, ਵੱਡਾ ਹੋਇਆ ਦੁਨੀਦਾਰ, ਗਲ ਸੰਗਲ, ਵੱਡੇ ਵੱਡੇ ਝੋਟਿਆਂ ਨੂੰ ਨੱਥਾਂ ਪਾਈਆਂ ਹੁੰਦੀਆਂ ਨੇ, ਉਹਨਾਂ ਦੇ ਗਲ 'ਚ ਸੰਗਲ ਪਾ ਕੇ ਅਤੇ ਪੈਰ 'ਚ ਪੈਂਖੜ ਪਾਏ ਹੁੰਦੇ ਨੇ ਵੀ ਇਹ ਕਾਬੂ 'ਚ ਰਹਿਣ। ਵੱਡਾ ਹੋਇਆ ਦੁਨੀਦਾਰ, ਗਲ ਸੰਗਲ ਘੱਤ ਚਲਾਇਆ, ਅੱਗੇ ਕਰਨੀ ਕੀਰਤ ਵਾਚੀ ਹੈ, ਮੈਂ ਲੇਖਾ ਕਰ ਸਮਝਾਇਆ। ਥਾਓ ਨਾ ਹੋਵੀ ਪਉਂ ਦੀ, ਜਿਹੜੀਆਂ ਜੋੜੇ ਘਰ 'ਚ ਜਮ੍ਹਾਂ ਕਰਾ ਆਏ ਆ,
ਚਰਨ ਦਾਸੀਆਂ ਦਾ ਨਾਮ ਪਾਉਂਦੀ ਹੈ। ਜਿਹੜੀਆਂ ਪੈਰਾਂ ਦੀਆਂ ਦਾਸੀਆਂ, ਪੈਰੀਂ ਪਾਉਣ ਵਾਲੀਆਂ, ਉਹ ਸਿਰ 'ਚ ਪੈਂਦੀਆਂ ਨੇ, ਯਮਦੂਤ ਮਾਰਦੇ ਨੇ। ਔਰ ਉਹਦਾ ਖੜਕਾ, ਉਹਦਾ ਦੁੱਖ ਮਰਨ ਵਾਲੇ ਨੂੰ ਹੀ ਹੁੰਦਾ। ਲਾਗੇ ਬੈਠੇ ਭਾਵੇਂ ਜਿੰਨੇ ਮਰਜ਼ੀ ਬੰਦੇ ਹੋਣ, ਉਹ ਨਹੀਂ ਛਡਾ ਸਕਦੇ। ਉਹਨਾਂ ਨੂੰ ਪਤਾ ਹੀ ਨਹੀਂ ਵੀ ਕੀ ਹੋ ਰਿਹਾ। ਥਾਉ ਨਾ ਹੋਵੀ ਪਾਉਂਦੀ, ਹੁਣ ਸੁਣੀਏ ਕਿਆ ਰੂ ਆਇਆ। ਦੋਤੜਾ ਮਾਰ ਕੇ ਰੋਂਦਾ, ਪਰ ਉਹਦਾ ਰੋਣਾ ਕੋਈ ਸੁਣਦਾ ਨਹੀਂ। ਮਨ ਅੰਧ ਹੈ ਜਨਮ ਗਵਾਇਆ, ਅੰਨੇ ਮਨ ਵਾਲੇ ਨੇ ਸਭ ਕੁਝ ਸੁਣਦਿਆਂ ਵੇਖਦਿਆਂ ਹੋਇਆ ਆਪਦਾ ਮਨੁੱਖਾ ਜਨਮ ਵਿਅਰਥ ਗਵਾ ਲਿਆ। ਹੁਣ ਕੀ ਕਰ ਸਕਦਾ ਹੈ? ਮਹਾਰਾਜ ਦਾ ਨਾਮ ਨਹੀਂ ਜਪਿਆ। ਇਸ ਲਈ ਪਾਤਸ਼ਾਹ ਜੀ ਕਥਨ ਕਰਦੇ ਹਨ ਕਿ ਗੁਰਮੁਖ ਨਾਮ ਜਪੋ ਦਿਨ ਰਾਤੀ। ਜੇ ਗੁਰਮੁਖ ਬਣ ਕੇ ਤੁਸੀਂ ਦਿਨ ਅਤੇ ਰਾਤ ਵਾਹਿਗੁਰੂ ਵਾਹਿਗੁਰੂ ਦੇ ਨਾਮ ਦਾ ਜਾਪ ਜਪੋਗੇ, ਅੰਤ ਕਾਲ ਨੇ ਲੱਗਿਆ ਪੀਰ। ਦਿਨ ਰਾਤੀ ਦਾ ਮਤਲਬ ਹੈ ਕੰਟੀਨਿਊ, ਇੱਕ ਰਸ। ਉਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦਕਾਮ। ਜੇ ਆਪਾਂ ਇਹੀ ਸੋਚਦੇ ਰਹੇ ਵੀ ਦਿਨ ਚੜ੍ਹੂਗਾ, ਚਲੋ ਰਾਤ ਨੂੰ ਸੌਂ ਲਈਏ, ਫਿਰ ਨਾਮ ਜਪਾਂਗੇ, ਦਿਨ ਚੜ੍ਹਦਿਆਂ ਸਾਰੀ 8 ਵਜੇ ਤੱਕ ਕੰਮ ਸ਼ੁਰੂ ਹੋ ਜਾਂਦੇ ਨੇ। ਨਹਾਉਣਾ ਧੋਣਾ, ਨਾਸ਼ਤਾ ਪਾਣੀ ਪਕਾਉਣਾ, ਖਾਣਾ, ਤਿਆਰੀ ਕਰਨੀ, ਫਿਰ ਮੁੜ ਕੇ ਫਿਰ ਛੁੱਟੀ ਤੋਂ ਬਾਅਦ ਥੱਕ ਜਾਈਦਾ। ਹੁਣ ਰਾਤ ਪੈ ਗਈ, ਹੁਣ ਸੌਂ ਜਾਓ, ਥੱਕ ਗਏ ਆ। ਇਸ ਤਰ੍ਹਾਂ ਫਿਰ ਸਮਾਂ ਲੰਘਦਾ ਹੀ ਜਾਂਦਾ। ਅੱਜ ਕੱਲ੍ਹ ਕਰਦਿਆਂ ਕਾਲ ਵੀ ਆਪੇ ਇਹ ਨਹੀਂ ਵੇਖਣਾ ਚਾਹੀਦਾ ਵੀ ਰਾਤ ਆ ਗਈ ਜਾਂ ਦਿਨ, ਜਦੋਂ ਵੀ ਸਰੀਰ ਚੜ੍ਹਦੀ ਕਲਾ 'ਚ ਹੋਵੇ। ਕਈ ਵਾਰ ਧੱਕੇ ਦੇ ਨਾਲ ਵੀ ਲਾਉਣਾ ਪੈਂਦਾ। ਤਾਂ ਇਸ ਲਈ ਸਮੇਂ 'ਚੋਂ ਸਮਾਂ ਕੱਢ ਕੇ ਗੁਰਮੁਖ ਪਿਆਰਿਆਂ ਦਾ ਇਹ ਵਿਚਾਰ ਹੈ ਕਿ ਜੇ ਸਰੀਰ ਬਹੁਤਾ ਹੀ ਥਕਾਵਟ ਵਾਲਾ ਹੋਵੇ ਤਾਂ ਜਲਦੀ ਸੌਂ ਕੇ ਥਕਾਵਟ ਉਤਾਰ ਕੇ 4-5 ਘੰਟਿਆਂ 'ਚ ਅੰਮ੍ਰਿਤ ਵੇਲੇ ਉੱਠ ਕੇ 2:30-3 ਵਜੇ ਤੇ ਚੌਂਕੜਾ ਮਾਰ ਲਵੇ। ਜਿੰਨਾ ਕੁ ਸਰੀਰ ਮੰਨੇ ਉਸ ਹਿਸਾਬ ਨਾਲ ਘੰਟਾ, ਸਵਾ ਘੰਟਾ, 2 ਘੰਟੇ ਕਰਕੇ ਮੁੜ ਕੇ ਭਾਵੇਂ ਫਿਰ ਸੌਂ ਜਾਏ। ਉੱਠਿਆ ਤਾਂ ਸਹੀ, ਇੱਕ ਵਾਰ ਨਹਾਤਾ ਤਾਂ ਸਹੀ, ਬਚਨ ਦਾ ਮੰਨ ਲਿਆ, ਘੰਟਾ ਫਿਰ ਸਰੀਰ ਰਿਲੈਕਸ ਕਰ ਲਏ। ਅਤੇ ਇਸ ਵਾਸਤੇ ਆਪਦੇ ਹਿਸਾਬ ਕਿਤਾਬ ਮੁਤਾਬਕ ਕੁਝ ਨਾ ਕੁਝ ਸਮਾਂ ਕੱਢਣਾ ਚਾਹੀਦਾ। ਮਹਾਰਾਜ ਕਹਿੰਦੇ ਗੁਰਮੁਖ ਬਣ ਕੇ ਦਿਨ ਰਾਤ ਨਾਮ ਜਪੋ, ਅੰਤ ਕਾਲ ਨੇ ਲੱਗਿਆ ਪੀਰ। ਅਖੀਰ ਦੇ ਸਮੇਂ ਯਮਾਦਕੀ ਦੀ ਫਿਰ ਪੀੜਾ ਨਹੀਂ ਲੱਗੇਗੀ। ਨਹੀਂ ਤਾਂ ਰਾਵਣ ਸੇ ਮਹਿ ਰਾਵਣ ਸੇ ਘਟ ਕਾਨੋਂ ਸੇ ਪਲ ਬੀਚ ਪਛਾਰੇ। ਰਾਵਣ ਨੂੰ ਵੇਖੋ ਸੁੱਟ ਲਿਆ ਸੀ ਰਾਮ ਨੇ, ਜਿੰਨਾ ਮਰਜੀ ਉੱਚਾ ਚੜ੍ਹਿਆ ਸੀ। ਕੰਸ ਨੂੰ ਫੜ ਕੇ ਕੇਸਾਂ ਤੋਂ ਭੜਕਾ ਕੇ ਕ੍ਰਿਸ਼ਨ ਨੇ ਧਰਤੀ 'ਤੇ ਸੁੱਟਿਆ। ਇਉਂ ਕੰਸ ਕੇਸੀ ਜਨ ਪਕੜ ਗਿਰਾਇਆ। ਵੱਡੇ ਵੱਡੇ ਕਾਬੂ ਆ ਜਾਂਦੇ ਹਨ। ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਕਰਮ ਧਰਮ ਤੁਮ ਚੌਪੜ ਸਾਜਾ ਹੋ। ਨਿਸ਼ਕਾਮ ਕਰਮ ਤੇ ਪੁੰਨ ਆਦਿਕ ਧਰਮ ਕਰਨ ਨਾਲ ਤੁਸੀਂ ਸ਼ਤਰੰਜ ਦੀ ਖੇਡ ਸਾਜਣਾ ਕਰੋ। ਸਤ ਕਰਹੁ ਤੁਮ ਸਾਰੀ। ਅਤੇ ਸਤ ਸੰਤੋਖ ਰੂਪ ਤੁਸੀਂ ਨਰਦਾ ਬਣਾਉਣਾ ਕਰੋ। ਕਾਮ ਕ੍ਰੋਧ ਲੋਭ ਮੋਹ ਜੀਤਾ ਹੋ। ਕਾਮ ਨੂੰ ਵਸਤੂ ਵਿਚਾਰ ਨਾਲ ਜਿੱਤੋ। ਇਹਨਾਂ ਨੂੰ ਆਪਾਂ ਮਾਰ ਨਹੀਂ ਸਕਦੇ, ਕਿਉਂਕਿ ਜੇ ਕਾਮ ਨਹੀਂ ਹੋਊਗਾ ਦੁਨੀਆ ਦੀ ਰਚਨਾ ਕਿਵੇਂ ਹੋਏਗੀ। ਜੇ ਕ੍ਰੋਧ ਨਹੀਂ ਹੋਊਗਾ, ਛੋਟੇ ਜਿਹੇ ਨਿਆਣੇ ਨੂੰ ਭੰਜੇ ਪਾ ਦਿਓ, ਉਹਨੂੰ ਤਾਂ ਕੀੜੀਆਂ ਹੀ ਖਾ ਜਾਣਗੀਆਂ। ਥੋੜ੍ਹਾ ਬਹੁਤਾ ਤੜ ਤਾਂ ਬੰਦੇ 'ਚ ਹੋਣੀ ਚਾਹੀਦੀ ਹੈ। ਬੰਦਾ ਖੰਗੂਰਾ ਕਿਉਂ ਮਾਰ ਕੇ ਲਾਗੋਂ ਦੀ ਲੰਘੇ? ਕਿਸੇ ਦੀ ਮਜਾਲ ਕੀ ਹੈ ਵੀ ਸਾਨੂੰ ਖੰਗੂਰਾ ਮਾਰ ਜਾਏ। ਕ੍ਰੋਧ ਹੋਊਗਾ, ਤੁਹਾਡੀ ਤੜ ਹੋਊਗੀ ਤਾਂ ਅਗਲਾ ਡਰੂਗਾ। ਅਤੇ ਇਸ ਵਾਸਤੇ ਇਹਨਾਂ ਨੂੰ ਕੱਢ ਨਹੀਂ ਸਕਦੇ ਆਪਾਂ, ਇਹ ਰਹਿਣਗੇ। ਜੇ ਲੋਭ ਨਹੀਂ ਹੋਊਗਾ ਤਾਂ ਬੰਦਾ ਸੰਗਤ 'ਚ ਕਿਵੇਂ ਆ ਕੇ ਬੈਠੂਗਾ? ਸਾਨੂੰ ਲਾਲਚ ਹੈ ਵੀ ਮਹਾਰਾਜ ਸਾਡੀ ਅਰਦਾਸ ਸੁਣਨਗੇ। ਜੇ ਮੋਹ ਨਹੀਂ ਹੋਊਗਾ ਤਾਂ ਆਪਾਂ ਗੁਰੂ ਨਾਲ ਪਿਆਰ ਕਿਵੇਂ ਕਰਾਂਗੇ? ਇਹਨਾਂ ਨੂੰ ਜਿੱਤਣਾ ਹੈ, ਆਪ ਦੇ ਉੱਪਰ ਹਾਵੀ ਨਹੀਂ ਹੋਣ ਦੇਣਾ, ਇਹਨਾਂ ਦੇ ਉੱਪਰ ਹਾਵੀ ਹੋ ਕੇ ਰਹਿਣਾ। ਕਾਮ ਨੂੰ ਕਹਿੰਦੇ ਵਸਤੂ ਵਿਚਾਰ ਨਾਲ ਜਿੱਤੋ, ਕ੍ਰੋਧ ਨੂੰ, ਗੁੱਸੇ ਨੂੰ ਸ਼ਾਂਤੀ ਨਾਲ ਜਿੱਤੋ, ਲੋਭ ਨੂੰ ਸੰਤੋਖ ਦੇ ਨਾਲ ਜਿੱਤੋ, ਅਤੇ ਮੋਹ ਨੂੰ ਵਿਵੇਕ ਨਾਲ ਜਿੱਤਣਾ ਕਰੋ। ਐਸੀ ਖੇਲ ਹਰ ਪਿਆਰੀ। ਅਜਿਹੀ ਖੇਡ ਖੇਡੋ ਪਰਮਾਤਮਾ ਨੂੰ ਜਿਹੜੀ ਪਿਆਰੀ ਲੱਗਦੀ ਹੈ। ਰਹਿਣਾ ਵੀ ਇੱਥੇ ਪਏਗਾ, ਖਾਣਾ ਪੀਣਾ ਹੱਸਣਾ ਸੌਣਾ ਇਹ ਤਾਂ ਚੱਲਦਾ ਹੀ ਰਹੇਗਾ।
ਤੇ ਵਿਸਰ ਗਿਆ ਹੈ ਮਰਨਾ, ਮੌਤ ਨੂੰ ਯਾਦ ਰੱਖਣਾ ਪਊਗਾ, ਵਿਰਾਗੀ ਹੋਣਾ ਪਏਗਾ। ਫਿਰ ਹਸੰਦੀਆਂ ਖੇਲੰਦੀਆਂ ਪੈਨੰਦੀਆਂ ਵਿੱਚੇ ਹੋਵੇ ਮੁਕਤ, ਐਸੀ ਖੇਡ ਨੂੰ ਖੇਡਣਾ ਕਰੋ ਵਿੱਚੇ ਗ੍ਰਹਿ ਸਦਾ ਰਹਿ ਉਦਾਸੀ। ਹੁਣ ਭੱਜ ਕੇ ਤਾਂ ਆਪਾਂ ਕਿਤੇ ਜਾ ਨਹੀਂ ਸਕਦੇ, ਰਹਿਣਾ ਤਾਂ ਦੁਨੀਆ 'ਚ ਘਰ 'ਚ ਹੀ ਪਊਗਾ, ਕਿੱਥੇ ਜਾਵਾਂਗੇ? ਭੁੱਖ ਲੱਗੀ ਤੋਂ ਕੀ ਖਾਵਾਂਗੇ? ਬੰਦਾ ਬਿਮਾਰ ਹੋ ਗਿਆ, ਦਵਾਈ ਕੌਣ ਦੇਊਗਾ? ਮੂੰਹ 'ਚ ਪਾਣੀ ਕੌਣ ਪਾਊਗਾ? ਜੇ ਆਪਾਂ ਕਹੀਏ ਵੀ ਮੋਹ ਨਹੀਂ ਕਰਨਾ, ਮੋਹ ਨਹੀਂ ਕਰਨਾ ਜੀ, ਫਲਾਣਾ ਮਾੜਾ ਜੀ, ਮਾੜਾ ਮੋੜਾ ਕੁਛ ਵੀ ਨਹੀਂ ਹੈ, ਗੱਲ ਖੇਡ ਮੰਨਦੀ ਹੈ। ਇਹਨੂੰ ਘੁਮਾ ਲਓ ਰੱਬ ਵਾਲੇ ਪਾਸੇ, ਬਸ ਰਹਿਣਾ ਤਾਂ ਇੱਥੇ ਹੀ ਪਊਗਾ। ਵਿੱਚੇ ਗ੍ਰਹਿ ਸਦਾ ਰਹਿ ਉਦਾਸੀ, ਜੋ ਕਮਲ ਰਹਿ ਵਿੱਚ ਪਾਣੀ ਹੈ। ਇਸ ਲਈ ਪਿਆਰੀ ਪਰਮਾਤਮਾ ਦੀ ਖੇਡ ਨੂੰ ਖੇਡੋ। ਉਠੀ ਸੰਦਾਨ ਕਰਹੁ ਪ੍ਰਭਾਤੇ। ਇਹ ਭਾਈ ਪ੍ਰਭਾਤ ਅੰਮ੍ਰਿਤ ਵੇਲੇ ਦਿਨ ਚੜ੍ਹਨ ਤੋਂ ਪਹਿਲਾਂ ਪਹਿਲਾਂ ਉੱਠ ਕੇ ਇਸ਼ਨਾਨ ਕਰੋ ਠੰਡੇ ਜਲ ਨਾਲ। ਪੁਰਾਣਾ ਸਮਾਂ ਹੁੰਦਾ ਸੀਗਾ, ਹੈਂਡ ਪੰਪ ਹੁੰਦੇ ਸੀਗੇ, ਸਾਡੇ ਵੇਲੇ ਤਾਂ ਹੈਂਡ ਪੰਪ ਲੱਗ ਗਏ ਸੀ, ਅਤੇ ਬਜ਼ੁਰਗਾਂ ਵੇਲੇ ਤਾਂ ਖੂਹ ਹੁੰਦੇ ਸੀਗੇ, ਆਪਾਂ ਵੀ ਜਾਂਦੇ ਰਹੇ ਖੂਹ 'ਤੇ, ਸਾਂਝੇ ਖੂਹ ਹੁੰਦੇ ਸੀਗੇ, ਦੁਪਹਿਰੇ ਦੁਪਹਿਰੇ ਕਦੇ ਸਮਾਂ ਮਿਲਣਾ। ਅਤੇ ਅੱਜ ਕੱਲ੍ਹ ਤਾਂ ਕਮਰੇ 'ਚ ਹੀ ਕੁੰਡੀਆਂ ਮਾਰ ਕੇ ਉੱਥੇ ਹੀ ਸੁੱਤੇ, ਭਾਵੇਂ 12 ਵਜੇ ਉੱਠ ਕੇ ਨਾ, ਕਿਸੇ ਨੂੰ ਪਤਾ ਹੀ ਨਹੀਂ ਲੱਗਦਾ। ਪਹਿਲਾਂ ਤਾਂ ਪਤਾ ਲੱਗ ਜਾਂਦਾ ਫਲਾਣਾ ਲੇਟ ਉੱਠਿਆ, ਵੀ ਉਹ ਵੇਖੋ ਇਹ ਦਿਨ ਚੜ੍ਹੇ ਜਾ ਰਿਹਾ, ਸ਼ਰਮ ਆਉਂਦੀ ਸੀਗੀ ਵੀ ਇਸ ਵਕਤੇ ਉੱਠੋ ਭਾਈ। ਅਤੇ ਹੁਣ ਦਾ ਕੰਮ ਉਹ ਜਿਹੜੇ ਅਟੈਚ ਹੋ ਗਏ ਉਹ ਤਾਂ ਤਮਾਮ ਹੀ ਹੋ ਗਿਆ। ਤੋ ਇਸ ਲਈ ਜਦੋਂ ਮਰਜ਼ੀ ਉੱਠੋ, ਜਦੋਂ ਮਰਜ਼ੀ ਨਹਾਓ, ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਜੇ ਰੱਬ ਨੇ ਸੁੱਖ ਦਿੱਤਾ, ਸਹੂਲਤਾਂ ਦਿੱਤੀਆਂ ਨੇ, ਤਾਂ ਅੰਮ੍ਰਿਤ ਵੇਲੇ ਉੱਠ ਕੇ ਬਾਹਰੀ ਇਸ਼ਨਾਨ ਵੀ ਕਰੋ ਅਤੇ ਸੰਗਤ ਦੇ ਵਿੱਚ ਆ ਕੇ ਨਾਮ ਜਲ ਨਾਲ ਵੀ ਇਸ਼ਨਾਨ ਕਰੋ। ਵੇ ਹਾਰਿਆ ਰਾਧੇ। ਜਾਗਦਿਆਂ ਤਾਂ ਵਾਹਿਗੁਰੂ ਵਾਹਿਗੁਰੂ ਕਰਨਾ ਹੈ, ਸੁੱਤੇ ਪਿਆ ਵੀ ਗੱਜ ਕੇ ਕਹੋ ਸਤਿਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਨਾਮ ਨੂੰ ਅਰਾਧਨਾ ਕਰੋ। ਜੇ ਜਾਗਦਿਆਂ 8 ਘੰਟੇ ਨਿਸ਼ਾਨਾ ਲਾਏ ਹੋਣਗੇ, ਅਤੇ ਜੇ ਕਿਤੇ ਅੱਖ ਲੱਗ ਵੀ ਗਈ, ਭਾਵੇਂ ਘੰਟਾ ਸੁੱਤਾ ਰਹੇ, ਉਹ ਜਾਪੂਗਾ ਜਿਸ ਤਰ੍ਹਾਂ 5 ਮਿੰਟ ਸੁੱਤੇ, ਅਤੇ ਹੁਣੇ ਹੀ ਬਸ ਵਾਹਿਗੁਰੂ ਕਹਿ ਰਹੇ ਸੀ, ਹੁਣੇ ਉੱਠ ਖਲੋਤੇ। ਇਸ ਤਰ੍ਹਾਂ ਸਮਾਂ ਸਫਲ ਕਰੋ, ਉੱਠਦਿਆਂ ਬਹਿੰਦਿਆਂ ਸੁੱਤਿਆਂ ਸਦਾ ਸਦਾ ਹਰ ਨਾਮ ਤੇ ਆਈਐ, ਜਨ ਨਾਨਕ ਗੁਰਮੁਖੀ ਹੋ ਲਹੀਐ। ਵਿਖੜੇ ਦਾਊ ਲੰਘਾਵੈ ਮੇਰਾ ਸਤਿਗੁਰ। ਤਾਂ ਕਾਮ ਕ੍ਰੋਧ ਰੂਪ ਪੰਜਾਂ ਕੋਸ਼ਾਂ ਰੂਪ ਔਖੇ ਸਮੇਂ ਜਾਂ ਦਾਉ ਪੇਚਾਂ ਤੋਂ ਮੇਰਾ ਸਤਿਗੁਰੂ ਪਾਰ ਲੰਘਾ ਦਿੰਦਾ ਹੈ। ਯਮਾਂ ਦੇ ਰਸਤੇ ਜਿਹੜੇ ਨੇ ਬੜੇ ਔਖੇ ਨੇ ਕੱਟਣੇ, ਉਹਨਾਂ ਤੋਂ ਵੀ ਪਾਰ ਲੰਘਾ ਦਿੰਦਾ ਹੈ। ਸਹਿਜ ਸੇਤੀ ਘਰ ਜਾਤੇ। ਅਤੇ ਗੁਰਮੁਖ ਸੁੱਖ ਤੇ ਸ਼ਾਂਤੀ ਨਾਲ ਸੱਚਖੰਡ ਰੂਪੀ ਘਰ, ਸਰੂਪ ਰੂਪੀ ਘਰ ਦੇ ਵਿੱਚ ਚਲੇ ਜਾਂਦੇ ਹਨ। ਹਰਿ ਆਪੇ ਖੇਲੈ ਆਪੇ ਦੇਖੈ। ਉਸ ਅਵਸਥਾ 'ਚ ਪਹੁੰਚ ਕੇ ਐਸਾ ਨਿਸ਼ਚਾ ਕਰਦੇ ਨੇ ਗੁਰਮੁਖ ਕਿ ਪਰਮਾਤਮਾ ਹਰੀ ਆਪ ਹੀ ਸੰਸਾਰ ਦੀ ਖੇਡ ਨੂੰ ਖੇਡਣਾ ਕਰਦਾ, ਆਪ ਹੀ ਸਭ ਖੇਡ ਨੂੰ ਵੇਖ ਰਿਹਾ ਹੈ। ਹਰਿ ਆਪੇ ਰਚਨ ਰਚਾਇਆ। ਹਰ ਹਰੀ ਪਰਮਾਤਮਾ ਨੇ ਆਪ ਹੀ ਪੰਜਾਂ ਤੱਤਾਂ ਦੀ ਰਚਨਾ ਨੂੰ ਰਚਾਉਣਾ ਕੀਤਾ ਹੈ। ਜਨ ਨਾਨਕ ਗੁਰਮੁਖ ਜੋ ਨਰ ਖੇਲੈ। ਸਤਿਗੁਰੂ ਜੀ ਕਥਨ ਕਰਦੇ, ਜਿਹੜਾ ਪੁਰਖ ਮੁਖੀ ਗੁਰਾਂ ਦੁਆਰਾ ਇਹ ਸ਼ੁਭ ਗੁਣਾਂ ਦੀ ਖੇਡ ਨੂੰ ਖੇਡਦਾ ਹੈ, ਉਹ ਜਿਣ ਬਾਜੀ ਘਰ ਆਇਆ। ਉਹ ਮਨੁੱਖਾ ਜਨਮ ਰੂਪ ਬਾਜੀ ਨੂੰ ਜਿੱਤ ਕੇ ਆਪਣੇ ਸਰੂਪ ਰੂਪੀ ਘਰ ਦੇ ਵਿੱਚ ਆਇਆ ਹੈ। ਇੱਥੇ ਸਮਾਪਤੀ ਹੈ ਜੀ, ਭੁੱਲ ਚੁੱਕ ਖਿਮਾ ਕਰੋ, ਅੱਗੇ ਤੋਂ ਸਮਤ ਬਖਸ਼ੋ। ਹਰਿ ਆਪੇ ਖੇਲੈ ਆਪੇ ਦੇਖੈ। ਹਰਿ ਆਪੇ ਰਚਨ ਰਚਾਇਆ। ਜਨ ਨਾਨਕ ਗੁਰਮੁਖ ਜੋ ਨਰ ਖੇਲੈ। ਸੋ ਜਿਣ ਬਾਜੀ ਘਰ ਆਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਗਲੀ ਮਹੱਲਾ ਤੀਜਾ। ਆਨੰਦ ਦੇਖੋ ਓੰਕਾਰ ਸਤਿਗੁਰੂ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ। ਸਭ ਦੂਤਾ ਗਾਵੋ ਹਰੀ ਕੇਰਾ ਮਾਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਵੇ ਸਤਿਗੁਰੂ ਮੈਂ ਪਾਇਆ। ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਹਰ ਨਾਲ ਰਹੋ ਤੂੰ ਮਨ ਮੇਰਿਆ।
ਤੇਰੇ ਦੁਖ ਸਭੇ ਸਾਰਨਾ। ਕਾਰੂ ਕਰੀ ਤੇਰਾ ਕਾਰਜ ਸਭ ਸਵਾਰਣਾ। ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ। ਹੈ ਨਾਨਕ ਮਨ ਮੇਰੀ ਸਦਾ ਰਹੂ ਹਰ ਨਾਲੇ। ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰੇ। ਕਰਤਾ ਤੇਰਾ ਸਭ ਕਿਛ ਹੈ ਜਿਸ ਦੇਹੀ ਸੁ ਪਾਵਈ। ਸਦਾ ਸਿਵਤ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ ਬਾਜੀ ਸ਼ਬਦ ਕਨੇਰੀ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਘਰ ਤੇਰੇ। ਸਾਚਾ ਨਾਮ ਮੇਰਾ ਆਧਾਰੋ। ਸਾਚ ਨਾਮ ਆਧਾਰ ਮੇਰਾ ਜਨ ਭੁੱਖਾ ਸਭ ਕਰ ਗਵਾਈਆ। ਸਾਧ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਵੈਂਟੋ ਜਿਸ ਦੀਆਂ ਇਹ ਵਡਿਆਈਆਂ। ਹੈ ਨਾਨਕ ਸੁਣੋ ਸੰਤੋ ਸਭ ਰਤਰ ਹੋ ਪਿਆਰੂ। ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ। ਪੰਜ ਦੂਤ ਤੁਧ ਵਸ ਕੀਤੇ ਗਾਲ ਕੰਟਕ ਮਾਰਿਆ। ਤੁਰ ਕਰਮ ਬਾਇਆ ਤੁਧ ਜਨ ਕਉ ਸੇ ਨਾਮ ਹਰ ਕੈ ਲਾਗੇ। ਹੈ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਵਾਜੀ। ਅਨੰਦ ਸੁਨੋ ਬੜ ਭਾਗੀ ਹੋ ਸਗਲ ਮਨੋਰਥ ਪੂਰੇ। ਔਰ ਬ੍ਰਹਮ ਪ੍ਰਭ ਆਇਆ ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਤਰੇ ਸੁਣੀ ਸੱਚੀ ਬਾਣੀ। ਅੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ। ਸੁਣ ਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ। ਬਿਨ ਮੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੁਰੇ ਸਲੋਕ ਪਵਨ ਗੁਰੂ ਪਾਣੀ ਪਿਤਾ ਬਿਤਾ। ਮਾਤਾ ਧਰਤ ਮਹਤ। ਦਿਵਸ ਰਾਤ ਦੁਇ ਦਾਈ ਦਇਆ ਖਿਲੇ ਸਗਲ ਜਗਤ। ਆਈਆ ਬੁਰਿਆਈਆ ਵਾਚੈ ਧਰਮ ਦੂਰ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਨਾਮ ਤੇ ਆਇਆ ਗਈ ਮਸਕਤ ਕਾਲ। ਨਾਨਕ ਦੇ ਮੁਖ ਉਜਲ ਕੀਤੀ ਛੁਟੀ ਨਾਲ ਠਾਕੁਰ। ਤੁਮ ਬਹਿ ਅਰਦਾਸ ਜਿਉ ਬਿੰਡ ਸੰਬੰਧੀ। ਤੁਮ ਮਾਤ ਪਿਤਾ ਹਮ